ਜੀ ਜਿਸ ਮਕਸਦ ਵਾਸਤੇ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਏ ਉਸ ਮਕਸਦ ਨੂੰ ਪੂਰਾ ਕਰਦਿਆਂ ਹੋਇਆਂ ਕਲਯੁਗੀ ਜੀਵਾਂ ਦਾ ਉਧਾਰ ਕਰ ਰਹੇ ਨੇ। ਕੱਲ ਤਾਰਨ ਗੁਰੂ ਨਾਨਕ ਆਇਆ। ਸਤਿਗੁਰੂ ਜੀ ਦਾ ਆਉਣਾ ਹੈ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਭੁੱਲਿਆਂ ਹੋਇਆਂ ਨੂੰ ਭਟਕਿਆਂ ਹੋਇਆਂ ਨੂੰ ਸਿੱਧੇ ਮਾਰਗ ਤੇ ਪਾਉਣਾ। ਜੋ ਇਨਸਾਨੀਅਤ ਭੁੱਲ ਚੁੱਕੇ ਨੇ, ਮਨੁੱਖਤਾ ਭੁੱਲ ਚੁੱਕੇ ਨੇ, ਉਹਨਾਂ ਨੂੰ ਮਨੁੱਖਤਾ ਦਾ, ਇਨਸਾਨੀਅਤ ਦਾ ਗੁਣ ਦੇਣਾ। ਵੱਖ-ਵੱਖ ਇਲਾਕਿਆਂ ਵਿੱਚੋਂ ਸਤਿਗੁਰੂ ਮਹਾਰਾਜ ਜੀ ਹੁੰਦੇ ਹੋਏ, ਦਿੱਲੀ ਤੋਂ ਹੁੰਦੇ ਹੋਏ ਸਤਿਗੁਰੂ ਮਹਾਰਾਜ ਜੀ ਅੱਗੇ ਨੂੰ ਚਾਲੇ ਪਾਉਂਦੇ ਹਨ। ਅਗਲੇਰੇ ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਜੀ ਜੋ ਜ਼ਿਕਰ ਕਰ ਰਹੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਨ ਕਰੋ ਜੀ। ਸ਼੍ਰੀ ਅੰਗਦ ਸ੍ਰੇਸ਼ਟ ਸੁਖ ਗਨਾ। ਇਹ ਪਾਵਨ ਇਤਿਹਾਸ ਜੋ ਕਵੀ ਸੰਤੋਖ ਸਿੰਘ ਜੀ ਦੇ ਰਾਹੀਂ ਆਪਾਂ ਸਰਵਨ ਕਰ ਰਹੇ ਹਾਂ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਹ ਪਾਵਨ ਇਤਿਹਾਸ ਭਾਈ ਬਾਲਾ ਜੀ ਖਡੂਰ ਸਾਹਿਬ ਪਵਿੱਤਰ ਅਸਥਾਨ ਤੇ ਬਿਰਾਜਮਾਨ ਹੋ ਕੇ ਸੁਣਾ ਰਹੇ ਨੇ। ਸ਼੍ਰੀ ਅੰਗਦ ਸ਼੍ਰੇਸ਼ਟ ਗੁਣ ਖਾਨੀ। ਇਹ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਉੱਤਮ ਸ਼ੁਭ ਗੁਣਾਂ ਦੇ ਨਾਲ ਜੋ ਭਰਪੂਰ ਹਨ। ਸੁੰਦਰ ਕਥਾ ਸੁਣੋ ਦੁਖ ਖਾਨੀ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਤ ਸੁੰਦਰ ਕਥਾ ਹੈ, ਅਗਲੇਰੇ ਪ੍ਰਸੰਗ ਨੂੰ ਸੁਣਨਾ ਕਰੋ ਜੀ। ਵਿਚਰਤ ਬਹੁਲ ਪੇਖ ਅਸ ਤਰਕੇ। ਸਤਿਗੁਰੂ ਮਹਾਰਾਜ ਜੀ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਹੁੰਦੇ ਹੋਏ ਅਗਲੇ ਅਸਥਾਨ ਵੱਲ ਨੂੰ ਚੱਲ ਰਹੇ ਨੇ। ਔਰ ਜਿੰਨੇ ਵੀ ਰਸਤੇ ਵਿੱਚ ਧਰਮੀ ਲੋਕ ਜਿਨ੍ਹਾਂ ਦੇ ਕੋਲ ਧਰਮ ਦਾ ਗੁਣ ਨਹੀਂ, ਕੇਵਲ ਧਰਮ ਦਾ ਭੇਖ ਹੈ। ਇੱਕ ਭੇਖ ਹੁੰਦਾ, ਇੱਕ ਵੇਸ ਹੁੰਦਾ। ਭੇਖ ਬਾਹਰ ਦਾ ਪਹਿਰਾਵਾ ਹੈ, ਵੇਸ ਅੰਦਰ ਦੀ ਕਮਾਈ ਹੈ, ਅੰਦਰ ਦਾ ਪਹਿਰਾਵਾ। ਸਤਿਗੁਰੂ ਮਹਾਰਾਜ ਵੇਖ ਰਹੇ ਨੇ ਕਿ ਬਾਹਰੋਂ ਧਰਮ ਦਾ ਪਹਿਰਾਵਾ ਭੇਖ ਬਣਾ ਕੇ ਲੋਕਾਂ ਨੂੰ ਆਪਣੇ ਵੱਸ ਕੀਤਾ ਜਾ ਰਿਹਾ ਹੈ, ਲੋਕਾਂ ਨੂੰ ਭਰਮ ਦੇ ਵਿੱਚ ਪਾ ਕੇ ਲੁੱਟਿਆ ਜਾ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਉਹਨਾਂ ਦੇ ਭੇਖ, ਉਹਨਾਂ ਦੇ ਪਾਖੰਡ ਨੂੰ ਦੁਨੀਆ ਦੇ ਸਨਮੁਖ ਰੱਖਦੇ ਆ ਔਰ ਭੁੱਲਿਆਂ ਹੋਇਆਂ ਨੂੰ ਸਮਝਾਉਂਦੇ ਹਨ। ਲੋਕਾਂ ਨੇ ਕੋ ਕਲਿਆਣ ਵਿਚਰ ਕੇ। ਲੋਕਾਂ ਦਾ ਭਲਾ ਗੁਰੂ ਸਾਹਿਬ ਜੀ ਕਰ ਰਹੇ ਨੇ, ਲੋਕਾਂ ਦਾ ਕਲਿਆਣ ਕਰ ਰਹੇ ਨੇ। ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇੱਕ ਪਰਮੇਸ਼ਵਰ ਦਾ ਨਾਮ ਜਪੋ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ, ਆਪਣਾ ਕਲਿਆਣ ਚਾਹੁੰਦੇ ਹੋ, ਜੇ ਆਪਣੀ ਗਤੀ ਚਾਹੁੰਦੇ ਹੋ, ਤਾਂ ਕੇਵਲ ਇੱਕ ਪਰਮੇਸ਼ਵਰ ਦੇ ਨਾਮ ਨਾਲ ਹੀ ਭਲਾ ਹੋ ਸਕਦਾ ਹੈ। ਰਾਮਤ ਕਰਤੇ ਸਹਿਜ ਸੁਭਾਏ। ਇਸ ਤਰ੍ਹਾਂ ਮਹਾਰਾਜ ਜੀ ਵੱਖ-ਵੱਖ ਰਾਹ ਤੋਂ, ਵੱਖ-ਵੱਖ ਇਲਾਕਿਆਂ ਤੋਂ ਹੁੰਦਿਆਂ ਹੋਇਆਂ ਲਬਪੁਰ ਮਾਹੀ ਤਲ ਕਰ ਆਏ। ਸਤਿਗੁਰੂ ਜੀ ਕਵੀ ਜੀ ਦੇ ਕਹਿਣ ਮੁਤਾਬਕ ਲਬਪੁਰ ਦਾ ਅਰਥ ਹੁੰਦਾ ਲਾਹੌਰ। ਸਤਿਗੁਰੂ ਜੀ ਲਾਹੌਰ ਚੱਲ ਕੇ ਆਏ ਹਨ। ਉਹ ਤੋਂ ਕਸਾਬਪੁਰਾ ਦੇ ਥਨ। ਜਿੱਥੇ ਮਹਾਰਾਜ ਜੀ ਪਹੁੰਚੇ ਨੇ, ਕਸਾਬਪੁਰਾ ਦਾ ਅਰਥ ਹੈ ਜਿੱਥੇ ਕਸਾਈ ਜਿਹੜੇ ਨੇ ਉਹ ਜਾਨਵਰਾਂ ਨੂੰ ਜਿਉਂਦਿਆਂ ਨੂੰ ਮਾਰਦੇ, ਜਾਂ ਆਪਾਂ ਕਹਿ ਦਈਏ ਬੁੱਚੜਖਾਨਾ। ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਪਹੁੰਚੇ ਹਨ, ਤਾਹਾਂ ਠੰਡ ਪੇ ਕਿਰਪਾ ਨਿਧਨ। ਇੱਥੇ ਆ ਕੇ ਕਿਰਪਾ ਦੇ ਮਾਲਕ ਜੀ ਖਲੋ ਗਏ। ਧਿਆਨ ਰੱਖਣਾ, ਸਤਿਗੁਰੂ ਜੀ ਕੇਵਲ ਸਤਿਗੁਰੂ ਨੂੰ ਇਨਸਾਨ ਮਨੁੱਖ ਨੂੰ ਵੇਖ ਕੇ ਦਇਆ ਨਹੀਂ ਆਉਂਦੀ, ਹਰ ਇੱਕ ਜੀਵ ਨੂੰ ਵੇਖ ਕੇ ਮੇਰੇ ਸਤਿਗੁਰੂ ਨੂੰ ਦਇਆ ਆਉਂਦੀ ਹੈ। ਕਿਉਂਕਿ ਹਰ ਇੱਕ ਜੀਵ ਦੇ ਵਿੱਚ ਨਿਰੰਕਾਰ ਵਸਦਾ ਹੈ। ਇਹ ਸਾਰੇ ਹੀ ਜੀਵ ਨਿਰੰਕਾਰ ਦੇ ਨੇ। ਹੁਣ ਲਾਹੌਰ ਦੇ ਵਿੱਚ ਜਿੱਥੇ ਮਹਾਰਾਜ ਪਹੁੰਚੇ ਆ, ਜਿੱਥੇ ਲੋਕ ਸਵੇਰੇ ਉੱਠਦਿਆਂ ਸਾਰ ਰੱਬ ਦਾ ਨਾਮ ਲੈਂਦੇ ਨੇ, ਉੱਠਦਿਆਂ ਸਾਰ ਖੁਦਾ ਦਾ ਨਾਮ ਲੈਂਦੇ ਆ, ਪਰ ਇੱਥੇ ਉੱਠਦਿਆਂ ਸਾਰ ਗਈਆਂ ਮੱਝੀਆਂ ਜਿਹੜੀਆਂ ਨੇ ਉਹਨਾਂ ਨੂੰ ਮਾਰਿਆ ਜਾਂਦਾ ਹੈ, ਉਹਨਾਂ ਦਾ ਇੱਥੇ ਕਤਲ ਕੀਤਾ ਜਾਂਦਾ ਹੈ। ਜਦੋਂ ਗੁਰੂ ਸਾਹਿਬ ਮਹਾਰਾਜ ਜੀ ਇਸ ਥਾਂ ਤੇ ਪਹੁੰਚੇ ਹਨ, ਗੋਬਦ ਮਹਾਪਾਪ ਅਵਲੋਕ। ਇੱਥੇ ਗੋ ਦਾ ਅਰਥ ਹੈ ਗਾਂ, ਬਦ ਮੈਨੇ ਉਹਦਾ ਵੱਧ ਕੀਤਾ ਜਾ ਰਿਹਾ, ਗਾਂ ਜਿਹੜੀਆਂ ਨੇ ਉਹਨਾਂ ਨੂੰ ਮਾਰਿਆ ਜਾ ਰਿਹਾ। ਇਹ ਬਹੁਤ ਵੱਡਾ ਪਾਪ ਜਿਹੜਾ ਲਾਹੌਰ ਦੇ ਵਿੱਚ ਹੋ ਰਿਹਾ ਸੀ। ਪੂਰਾ ਤੁਰਕ ਤਪ ਲਖ ਰਿਸ ਰੋਕਾ। ਮਹਾਰਾਜ ਜੀ ਨੇ ਇਹ ਤੁਰਕ ਜਿਹੜੇ ਇੱਥੇ ਨੇ ਜੋ ਆਪਣੇ ਸਵਾਦ ਵਾਸਤੇ ਇਹ ਜੋ ਗਾਵਾਂ ਮਾਰ ਰਹੇ ਨੇ, ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਰੋਕਿਆ ਹੈ। ਧਿਆਨ ਰੱਖਿਓ, ਜਿਹੜੇ ਬਚਨ ਮਹਾਰਾਜ ਜੀ ਨੇ ਅੱਗੇ ਉਚਾਰਨੇ ਆ ਉਹਦਾ ਕੋਈ ਕਾਰਨ, ਉਹਦੀ ਕੋਈ ਵਜ੍ਹਾ ਹੈ। ਅਸੀਂ ਜਿਹੜੇ ਤਾਂ ਇਸ ਰਾਹ ਤੁਰਦੇ ਆ, ਭਾਵ ਕਿ ਜਿਹੜੇ ਤੇ ਮਾਸ ਖਾਣ ਵਾਲੇ ਪਾਸੇ ਤੁਰਦੇ ਆ, ਉਹ ਤਾਂ ਇੱਕੋ ਹੀ ਗੱਲ ਕਹਿੰਦੇ ਆ ਜੀ, ਦੱਸੋ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਲਿਖਿਆ ਹੈ। ਇੱਕੋ ਹੀ ਉਹਨਾਂ ਕੋਲ ਸਵਾਲ ਹੁੰਦਾ ਹੈ। ਪਰ ਜੇ ਅਸੀਂ ਗਹੁ ਨਾਲ ਵਿਚਾਰਾਂਗੇ, ਬਰੀਕੀ ਨਾਲ ਵਿਚਾਰਾਂਗੇ, ਤੇ ਮਹਾਰਾਜ ਕਹਿੰਦੇ ਆ ਜੇ ਕਿਸੇ ਦੀ ਗਰਦਨ ਤੇ ਛੁਰੀ ਚਲਾਉਣਾ, ਉਹਦੇ ਵਿੱਚ ਵੀ ਤਾਂ ਜੀਵ ਹੈ। ਉਹ ਵੀ ਤਾਂ ਗੱਲ ਵੱਢ ਹੱਤਿਆ, ਜਿਹੜਾ ਪਾਪ ਤੂੰ ਕਮਾ ਰਿਹਾ ਹੈ, ਕਿਸੇ ਦੇ ਗੱਲ ਨੂੰ ਵੱਢ ਕੇ ਹੱਤਿਆ ਕਰ ਰਿਹਾ, ਇਹ ਵੀ ਤੇ ਪਾਪ ਹੈ। ਕਿਸੇ ਦਾ ਹੱਕ ਜਿਹੜਾ ਉਹ ਮਾਰ ਕੇ ਖਾਣਾ, ਉਹ ਵੀ ਮੁਰਦੇ ਦੇ ਬਰਾਬਰ। ਇਹਦਾ ਮਤਲਬ ਮੁਰਦਾ ਖਾਣਾ ਸਹੀ ਨਹੀਂ ਹੈ। ਫਿਰ ਅਗਲੀ ਗੱਲ ਵੀ, ਜਿੱਤ ਖਾਦਾ ਤਨ ਪੀੜੀ ਹੈ ਮਨ ਮੈਂ ਚਲੇ ਵਿਕਾਰ। ਜਿਸ ਨੂੰ ਖਾਣ ਨਾਲ ਤਨ ਪੀੜਿਆ ਜਾਏ, ਮਨ 'ਚ ਵਿਕਾਰ ਪੈਦਾ ਹੋਣ, ਮਹਾਰਾਜ ਜੀ ਕਹਿੰਦੇ ਉਹ ਖਾਣਾ ਹੀ ਨਹੀਂ ਚਾਹੀਦਾ। ਜੇ ਗੁਰੂ ਸਾਹਿਬ ਮਹਾਰਾਜ ਇੱਥੇ ਪਹੁੰਚੇ ਨੇ, ਗੋ ਵੱਧ, ਗਈਆਂ ਦਾ ਵੱਧ ਕੀਤਾ ਜਾ ਰਿਹਾ, ਤੇ ਜੇ ਮਹਾਰਾਜ ਨੂੰ ਹੁੰਦਾ ਤਾਂ ਅੱਗੇ ਲੰਘ ਜਾਂਦੇ ਵੀ ਇਹ ਤਾਂ ਇਹਨਾਂ ਦਾ ਕੰਮ ਹੈ, ਇਹਨਾਂ ਨੂੰ ਮਾਰਨਾ। ਪਰ ਨਹੀਂ, ਸਤਿਗੁਰੂ ਜੀ ਨੂੰ ਉਹਨਾਂ ਉੱਤੇ ਦਇਆ ਆ ਗਈ, ਸਤਿਗੁਰੂ ਜੀ ਨੂੰ ਉਹਨਾਂ ਤੇ ਤਰਸ ਆਇਆ। ਔਰ ਇਹਨਾਂ ਤੁਰਕਾਂ ਨੂੰ ਮਹਾਰਾਜ ਜੀ ਨੇ ਰੋਕਿਆ ਵੀ ਇਹ ਪਾਪ ਨਾ ਕਮਾਓ। ਇਹ ਜਿਹੜਾ ਤੁਸੀਂ ਪਾਪ ਕਮਾ ਰਹੇ ਹੋ, ਲੋਕ ਤਾਂ ਉੱਠਦਿਆਂ ਸਾਰ ਰੱਬ ਦਾ ਨਾਮ ਲੈਂਦੇ ਆ, ਉੱਠਦਿਆਂ ਸਾਰ ਖੁਦਾ ਦਾ ਨਾਮ ਲੈਂਦੇ ਆ। ਉੱਠ ਫਰੀਦਾ ਉਜਹੂ ਸਾਜ ਸੁਬਹ ਨਵਾਜ ਗੁਜ਼ਾਰ। ਸੁਬਹ ਨਵਾਜ ਉਹਦੀ ਪੜ੍ਹ ਕੇ ਉਸ ਖੁਦਾ ਨੂੰ ਚੇਤੇ ਕਰਨਾ, ਤੇ ਤੁਸੀਂ ਜਿਹੜਾ ਉਹ ਗਾਂ ਦਾ ਵੱਧ ਕਰ ਰਹੇ ਹੋ। ਸਤਿਗੁਰੂ ਜੀ ਨੇ ਇੱਥੇ ਜਿਹੜੇ ਤੁਰਕ ਨੇ ਉਹਨਾਂ ਨੂੰ ਰੋਕਿਆ ਹੈ। ਨਾ ਤੁਰ ਨਾਸ਼ ਕਰਨ ਇਚਕਾਰੀ। ਮਹਾਰਾਜ ਜੀ ਕਹਿੰਦੇ ਆ ਇਹ ਤੁਹਾਨੂੰ ਕਰਮ ਦਾ ਫਲ ਭੋਗਣਾ ਪੈਣਾ ਹੈ। ਜੋ ਜੀਵ ਹੱਤਿਆ ਤੁਸੀਂ ਕਰਦੇ ਹੋ, ਇਹਦਾ ਫਲ ਤੁਹਾਨੂੰ ਭੋਗਣਾ ਪੈਣਾ ਹੈ। ਦੇਖੋ, ਅਸੀਂ ਆਪਣੇ ਬਣਾਏ ਹੋਏ ਸਿਸਟਮ ਦੇ ਮੁਤਾਬਕ ਚੱਲਦੇ ਹਾਂ, ਪਰ ਬੜਾ ਉਸ ਵੇਲੇ ਦੁੱਖ ਲੱਗਦਾ ਹੈ ਜਿਸ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਪ੍ਰਵਾਹ ਚੱਲੇ। ਚਲੋ ਅਸੀਂ ਆਪਣੀ ਖੁਸ਼ੀ ਦੀ ਖਾਤਰ ਹੀ ਪ੍ਰਵਾਹ ਚਲਾਏ। 3 ਦਿਨ ਅਖੰਡ ਪਾਠ ਸਾਹਿਬ ਦਾ ਪਾਠ ਜਾਪ ਚੱਲਿਆ, ਜਿੱਥੇ 3 ਦਿਨ ਅੰਮ੍ਰਿਤ ਵਰਸਦਾ ਰਿਹਾ, ਅੰਮ੍ਰਿਤ ਹੀ ਵਰਸਦਾ ਸੀ ਬਾਣੀ ਵਿੱਚੋਂ। ਉਹ 3 ਦਿਨ ਅੰਮ੍ਰਿਤ ਵਰਸਦਾ ਰਿਹਾ, ਪਰ ਜਦੋਂ ਹੀ ਸਮਾਪਤੀ ਹੋਈ ਉਸ ਤੋਂ ਬਾਅਦ ਜ਼ਹਿਰ ਵਰਤਾਉਣੀ ਸ਼ੁਰੂ ਕਰਤੀ। ਉਸ ਤੋਂ ਬਾਅਦ ਗਰਦਨ ਤੇ ਜਿਹੜੀਆਂ ਛੁਰੀਆਂ ਚੱਲੀਆਂ ਸੀ ਉਹ ਪਕਾ ਕੇ ਵਰਤਾਉਣਾ ਸ਼ੁਰੂ ਕਰ ਦਿੱਤਾ। ਫਿਰ ਖੁਸ਼ੀਆਂ ਸਾਨੂੰ ਕਿੱਥੋਂ ਮਿਲਣੀਆਂ ਸੀ? ਸਾਡੇ ਘਰਾਂ 'ਚ ਬਰਕਤਾਂ ਕਿੱਥੋਂ ਆਉਣੀਆਂ ਸੀ? ਫਿਰ ਅਸੀਂ ਆਖਿਆ ਵੀ ਅਸੀਂ ਤੇ ਪਾਠ ਕਰਾਇਆ ਹੈ, ਅਸੀਂ ਤੇ ਸੇਵਾ ਕੀਤੀ ਹੈ, ਪਰ ਕਿਤੇ ਕਿਰਾਏ ਤੇ ਨਾਲ ਪਾਣੀ ਵੀ ਤੇ ਫੇਰ ਦਿੱਤਾ। ਜਿੱਥੋਂ ਸਾਨੂੰ ਬਰਕਤਾਂ ਮਿਲਣੀਆਂ, ਖੁਸ਼ੀਆਂ ਮਿਲਣੀਆਂ ਸੀ, ਅਸੀਂ ਥੋੜ੍ਹੇ ਸਮੇਂ ਬਾਅਦ ਹੀ ਰੰਗ ਢੰਗੀ ਬਦਲ ਕੇ ਰੱਖ ਦਿੱਤਾ। ਸਤਿਗੁਰੂ ਮਹਾਰਾਜ ਜੀ ਨੂੰ ਬਹੁਤ ਦੁੱਖ ਲੱਗਾ ਵੀ ਇੱਥੇ ਜਿਹੜੀਆਂ ਗਾਵਾਂ ਨੇ ਇਹਨਾਂ ਦਾ ਵੱਧ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਰੋਕਿਆ ਵੀ ਤੁਸੀਂ ਇਸ ਤਰ੍ਹਾਂ ਦੇ ਮਾੜੇ ਕਰਮ ਨਾ ਕਰੋ, ਇਹ ਪਾਪ ਨਾ ਕਮਾਓ, ਇਹਨਾਂ ਦੀ ਹੱਤਿਆ ਦਾ ਪਾਪ ਜਿਹੜਾ ਉਹ ਤੁਹਾਨੂੰ ਲੱਗੇਗਾ।
ਸਤਿਗੁਰੂ ਮਹਾਰਾਜ ਜੀ ਇਹਨਾਂ ਨੂੰ ਰੋਕਦੇ ਹਨ। ਤਦ ਪਿਆਰ ਸਿਓ ਗਿਰਾ ਉਚਾਰੀ ਤਦ ਪਰ ਉਸ ਵੇਲੇ ਫਿਰ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਇਹ ਬਚਨ ਉਚਾਰੇ ਹਨ। ਲਾਹੌਰ ਸ਼ਹਿਰ ਜੈ ਕਰੋ ਸਭਾ ਪੈਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪੰਕਤੀ ਹੈ। ਜਦੋਂ ਆਪਾਂ ਸ਼ਲੋਕ 12 ਕੇ ਵਧੇਕ ਪੜ੍ਹਦੇ ਹਾਂ ਨਾ ਤੇ 1412 ਅੰਗ ਦੇ ਉੱਪਰ ਇਹ ਪਾਵਨ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਮਹਾਰਾਜ ਕਹਿੰਦੇ ਲਾਹੌਰ ਸ਼ਹਿਰ, ਆ ਜਿਹੜਾ ਸ਼ਹਿਰ ਹੈ ਲਾਹੌਰ, ਜ਼ਹਿਰ ਕਹਿਰ, ਇੱਥੇ ਤਾਂ ਜ਼ਹਿਰ ਭਰੀ ਪਈ ਹੈ, ਕਹਿਰ ਵਰਤ ਰਿਹਾ ਹੈ। ਸਵਾ ਪਹਿਰ ਅੰਮ੍ਰਿਤ ਵੇਲੇ ਦਾ ਉਹ ਸਮਾਂ ਜਦੋਂ ਰੱਬ ਦੀ ਬੰਦਗੀ ਕਰਨ ਦਾ ਸਮਾਂ ਸੀ, ਜਦੋਂ ਉਹਦੀ ਭਗਤੀ ਵਿੱਚ ਜੁੜਨ ਦਾ ਸਮਾਂ ਸੀ, ਜਦੋਂ ਪਰਮਾਤਮਾ ਨੂੰ ਚੇਤੇ ਕਰਨ ਦਾ ਸਮਾਂ ਸੀ, ਉਸ ਸਵਾ ਪਹਿਰ ਦੇ ਵਿੱਚ ਏਡਾ ਵੱਡਾ ਕਹਿਰ ਵਰਤ ਰਿਹਾ, ਇੰਨਾ ਵੱਡਾ ਪਾਪ ਵਰਤ ਰਿਹਾ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ ਜਾਂ ਜਿਹੜੇ ਪੜ੍ਹਦੇ ਸੁਣਦੇ ਆ, ਇਹ ਗੁਰੂ ਨਾਨਕ ਸਾਹਿਬ ਜੀ ਵੱਲੋਂ ਪੰਕਤੀ ਉਚਾਰੀ ਕਿ ਲਾਹੌਰ ਸ਼ਹਿਰ ਦੇ ਵਿੱਚ ਸਵਾ ਪਹਿਰ ਜਦੋਂ ਬੰਦਗੀ ਦਾ ਸਮਾਂ ਹੁੰਦਾ ਉਦੋਂ ਕਹਿਰ ਵਰਤਦਾ। ਪਤਾ ਨਹੀਂ ਕਿੰਨੀਆਂ ਗਈਆਂ ਕਿੰਨੀਆਂ ਗਾਵਾਂ ਦਾ ਵੱਧ ਕੀਤਾ ਜਾਂਦਾ ਇੱਥੇ। ਪਰ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਮਾਂ ਤੀਸਰੇ ਪਾਤਸ਼ਾਹ ਜੀ ਦਾ ਆਇਆ, ਇਸੇ ਹੀ ਪਾਵਨ ਬਚਨਾਂ ਦੇ ਨਾਲ ਅੱਗੇ ਨਾਲ ਇੱਕ ਹੋਰ ਸ਼ਲੋਕ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ। ਉਹਨਾਂ ਨੇ ਫਿਰ ਜ਼ਿਕਰ ਕੀਤਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਜਿਵੇਂ ਅੰਮ੍ਰਿਤਸਰ ਸਿਫਤੀ ਦਾ ਘਰ ਹੈ, ਇਸੇ ਤਰ੍ਹਾਂ ਹੁਣ ਲਾਹੌਰ ਵੀ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਗਿਆ। ਪੁੱਛਿਆ ਗੁਰੂ ਨਾਨਕ ਸਾਹਿਬ ਪਹਿਲੇ ਜਾਮੇ 'ਚ, ਕਿਉਂਕਿ ਇਹ ਨਹੀਂ ਕਿ ਗੁਰੂ ਅਮਰਦਾਸ ਜੀ ਹੋਰ ਨੇ ਤੇ ਗੁਰੂ ਨਾਨਕ ਸਾਹਿਬ ਹੋਰ ਹੈ। ਗੁਰੂ ਨਾਨਕ ਸਾਹਿਬ ਵੀ ਉਹੀ ਨੇ, ਗੁਰੂ ਅਮਰਦਾਸ ਮਹਾਰਾਜ ਜੀ ਵੀ ਉਹੀ ਨੇ, ਕਾਇਆ ਹੀ ਬਦਲੀ ਹੈ। ਸੋਚ ਵਿਚਾਰ ਸਿਧਾਂਤ ਗੁਰੂ ਨਾਨਕ ਸਾਹਿਬ ਦਾ ਹੀ ਹੈ। ਹੁਣ ਪੁੱਛਿਆ ਵੀ ਤੁਸੀਂ ਪਹਿਲੇ ਜਾਮੇ 'ਚ ਆਖਿਆ ਸੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਤੀਸਰੇ ਜਾਮੇ ਵਿੱਚ ਤੁਸੀਂ ਆਖ ਰਹੇ ਹੋ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਸਿਫਤੀ ਦਾ ਘਰ ਕਿਉਂ? ਕਿਉਂਕਿ ਇਸ ਲਾਹੌਰ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਪ੍ਰਗਟ ਹੋਇਆ। ਇੱਥੇ ਕੌਣ ਪ੍ਰਗਟ ਹੋਇਆ? ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਜਿਨ੍ਹਾਂ ਅੱਗੇ ਰੋਜ਼ ਅਰਦਾਸ ਕਰਦੇ ਹਾਂ ਕਿ ਮਹਾਰਾਜ ਜੀ ਅਸੀਂ ਅੰਮ੍ਰਿਤ ਛੱਡ ਕੇ ਜ਼ਹਿਰ ਨੂੰ ਮੂੰਹ ਲਾਈ ਬੈਠੇ ਹਾਂ, ਪਰ ਤੁਹਾਡੇ ਦਰ ਤੇ ਆਏ ਹਾਂ ਆ ਜ਼ਹਿਰ ਵੀ ਕਿਤੇ ਅੰਦਰ ਦੀ ਅੰਮ੍ਰਿਤ ਬਣ ਜਾਏ। ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੈ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ। ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਹੀਂ, ਹੁਣ ਇਹ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਗਿਆ ਹੈ, ਕਿਉਂਕਿ ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਹੈ। ਲਾਹੌਰ ਦੇ ਵਿੱਚ ਜੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਰੰਭ ਕਰਦੇ ਆ, ਇਸ ਲਈ ਉੱਥੇ ਅੰਮ੍ਰਿਤ ਵਰਸਿਆ। ਅੱਜ ਵੀ ਬਹੁਤ ਐਸੇ ਨੇ ਜਿਹੜੇ ਜਿੱਤ ਖਾਦਾ ਤਨ ਪੀੜੀਆਂ ਮਨ ਮੈਂ ਚਲੇ ਵਿਕਾਰ ਵਾਲੇ, ਜਾਂ ਜਿਹਨੂੰ ਨਸ਼ੇ ਆਪਾਂ ਕਹਿੰਦੇ ਆ। ਕਈ ਕਹਿੰਦੇ ਜੀ ਸਾਡੀ ਸਵੇਰੇ ਅੱਖ ਹੀ ਉਦੋਂ ਖੁੱਲ੍ਹਦੀ ਹੈ ਜਿੰਨਾ ਚਿਰ ਨਸ਼ਾ ਅੰਦਰ ਨਾ ਜਾਵੇ। ਕਹਿੰਦੇ ਸਾਡਾ ਦਿਨ ਹੀ ਨਹੀਂ ਉਹਨਾਂ ਚਿਰ ਚੜ੍ਹਦਾ ਜਿੰਨਾ ਚਿਰ ਅਸੀਂ ਚੰਦ ਮਾਸ ਦੇ ਟੁਕੜੇ ਨਾ ਖਾ ਲਈਏ, ਜਾਂ ਉਹ ਬੇਈਮਾਨੀ ਦੇ ਹੋਣ ਤੇ ਜਾਂ ਫਿਰ ਕਿਸੇ ਦੀ ਗਰਦਨ ਤੇ ਛੁਰੀ ਚਲਾ ਕੇ ਪਕਾ ਕੇ ਵਾਲੇ ਹੋਣ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿੱਥੇ ਜਿੱਥੇ ਵੀ ਅੰਮ੍ਰਿਤ ਵੇਲੇ ਆ ਵਰਤਦਾ ਉੱਥੇ ਕਹਿਰ ਵਰਤਦਾ ਹੈ, ਤੇ ਜਿਸ ਘਰ ਵਿੱਚ ਆ ਕਹਿਰ ਵਰਤਦਾ ਉਹ ਅੰਮ੍ਰਿਤਸਰ ਸਿਫਤੀ ਦਾ ਘਰ ਨਹੀਂ ਹੋ ਸਕਦਾ, ਉਹ ਸ਼ੈਤਾਨ ਦਾ ਘਰ ਹੈ। ਸਾਨੂੰ ਆਖਿਆ ਸੀ ਤੁਸੀਂ ਆਪਣਾ ਘਰ ਦੈਵੀ ਗੁਣਾਂ ਨਾਲ ਭਰੋ, ਪਰ ਦੈਵੀ ਗੁਣਾਂ ਨਾਲ ਤਾਂ ਭਰੋਗੇ ਜੇ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਜੇ ਉੱਠ ਕੇ ਪਰਮੇਸ਼ਵਰ ਦੀ ਰੱਬੀ ਬਾਣੀ ਦਾ ਪ੍ਰਵਾਹ ਆਪਣੇ ਘਰ 'ਚ ਚਲਾਓਗੇ। ਖੈਰ ਗੁਰੂ ਮਹਾਰਾਜ ਨੇ ਆਖਿਆ ਵੀ ਇਹ ਤੇ ਬੜਾ ਕਹਿਰ ਹੋ ਰਿਹਾ ਹੈ। ਸਵਾ ਪਹਿਰ ਜਿੱਥੇ ਬੰਦਗੀ ਦਾ ਸਮਾਂ ਹੁੰਦਾ ਹੈ, ਇਹ ਜਿਹੜੀਆਂ ਗਾਵਾਂ ਨੇ ਉਹਨਾਂ ਦਾ ਵੱਧ ਕਰ ਰਹੇ ਹਨ। ਹੱਸ ਕੇ ਬੋਲੇ ਬਚਨ ਬੇਰੂ ਇਸ ਤਰ੍ਹਾਂ ਦੀ ਪੰਕਤੀ ਉਚਾਰ ਕੇ ਮਹਾਰਾਜ ਜੀ ਬੋਲੇ ਹਨ। ਸੁਨ ਬਾਲੇ ਅਬ ਤੁਰਕਨ ਜੇਰੂ। ਮਹਾਰਾਜ ਜੀ ਕਹਿੰਦੇ ਭਾਈ ਬਾਲਾ ਭਾਈ ਮਰਦਾਨਾ ਜੀ ਨੂੰ ਮਹਾਰਾਜ ਬੋਲੇ ਨੇ ਸਾਹਿਬ, ਕਹਿੰਦੇ ਆ ਜਿਹੜੇ ਤੁਰਕਾਂ ਨੇ ਆਪਣਾ ਇੰਨਾ ਹੰਕਾਰ ਔਰ ਹੰਕਾਰ ਦੇ ਨਸ਼ੇ ਵਿੱਚ ਇੰਨਾ ਬੋਲ ਬਾਲਾ ਕੀਤਾ ਹੈ। ਦਸਵਾਂ ਜਾਮਾ ਪਹਿਰੋ ਜਬਗੀ। ਜਦੋਂ ਅਸੀਂ ਦਸਵਾਂ ਜਾਮਾ ਪਹਿਨਣਾ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਇਹ ਸਮਰੱਥ ਗੁਰੂ ਦੇ ਬੋਲ ਨੇ। ਜੇ ਪਟਨੇ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਆਉਂਦੇ ਆ ਤੇ ਕੋਈ ਸ਼ੱਕ ਨਹੀਂ, ਕਿਉਂਕਿ ਸਾਲਸ ਰਾਏ ਜੋਰੀ ਨੂੰ ਮਹਾਰਾਜ ਨੇ ਬਚਨ ਕੀਤਾ ਸੀ ਕਿ ਆਵਾਂਗੇ, ਪਰ ਅੱਜ ਨਹੀਂ, ਦਸਵੇਂ ਜਾਮੇ ਦੇ ਵਿੱਚ ਆਵਾਂਗੇ, ਔਰ ਕੋਈ ਉਹਦੇ ਵਿੱਚ ਦੋ ਰਾਵਾਂ ਨਹੀਂ। ਇੱਥੇ ਮਹਾਰਾਜ ਕਹਿੰਦੇ ਦਸਵਾਂ ਜਾਮਾ ਪਹਿਰੋਂ ਜਬ ਹੀ, ਜਦੋਂ ਦਸਵਾਂ ਜਾਮਾ ਪਹਿਨਣਾ ਹੈ। ਧਰਮ ਪੰਥ ਪ੍ਰਗਟਾਵੋ ਤਵਗੀ। ਜਦੋਂ ਖਾਲਸਾ ਪੰਥ ਜਿਹੜਾ ਇਹ ਪ੍ਰਗਟ ਹੋਣਾ ਹੈ। ਆਯੁਧ ਧਰ ਕੇ ਜੁੱਧ ਮਚਾਵੋ। ਜਦੋਂ ਸ਼ਸਤਰਧਾਰੀ ਹੋ ਕੇ ਯੁੱਧ ਜਿਹੜਾ ਮਚਾਇਆ ਜਾਣਾ, ਜਾਂ ਜਦੋਂ ਪ੍ਰਣ ਕਰਨਾ ਹੈ ਕਿ ਸਵਾ ਲੱਖ ਸੇ ਏਕ ਲੜਾਊ ਤਵੇ ਗੋਬਿੰਦ ਸਿੰਘ ਨਾਮ ਕਹਾਊ। ਮਹਾਰਾਜ ਕਹਿੰਦੇ ਜਦੋਂ ਸ਼ਸਤਰਧਾਰੀ ਹੋਣਾ ਹੈ ਔਰ ਜਦੋਂ ਯੁੱਧ ਹੋਣੇ ਹਨ, ਤੁਰਕਨ ਕੀ ਸਭ ਸਭਾ ਉਠਾਵੇ। ਉਦੋਂ ਫਿਰ ਤੁਰਕਾਂ ਦੀ ਜਿਹੜੀ ਆ ਜੜ ਪੁੱਟੀ ਜਾਣੀ ਹੈ। ਆਪ ਸਾਰੇ ਇਤਿਹਾਸ ਜਾਣਦੇ ਹੋ, ਜਦੋਂ ਨੂਰਾ ਮਾਹੀ ਖਬਰ ਲੈ ਕੇ ਆਉਂਦਾ ਹੈ ਸਰਹੰਦ ਤੋਂ ਫਤਿਹਗੜ੍ਹ ਸਾਹਿਬ ਤੋਂ ਸਾਹਿਬਜ਼ਾਦਿਆਂ ਦੀ, ਉਦੋਂ ਮਹਾਰਾਜ ਜੀ ਨੇ ਫਿਰ ਉਹ ਬੂਟਾ ਜਿਹੜਾ ਸੀ ਜੜ ਸਮੇਤ ਪੁੱਟਦਿਆਂ ਆਖਿਆ ਸੀ ਕਿ ਤੁਰਕਾਂ ਦੀ ਜੜ ਪੁੱਟੀ ਗਈ ਆ। ਹੁਣ ਪਹਿਲੇ ਜਾਮੇ 'ਚ ਗੁਰੂ ਸਾਹਿਬ ਕਹਿ ਰਹੇ ਆ, ਮਹਾਰਾਜ ਕਹਿੰਦੇ ਤੁਰਕਨ ਕੀ ਸਫਾ ਉਠਾਵੇਂ, ਪਾਪ ਕੀ ਇਹਨਾਂ ਦੀ ਜੜ ਜਿਹੜੀ ਆ ਇੱਕ ਦਿਨ ਪੁੱਟੀ ਜਾਵੇਗੀ। ਮਹਾ ਪਾਪ ਸਿਓ ਦੇ ਲਟਾਈ। ਜਿਹੜੇ ਪਾਪ ਇਹਨਾਂ ਦਾ ਵੱਧ ਗਿਆ ਹੈ, ਇਹਨਾਂ ਦਾ ਪਾਪ ਹੀ ਇਹਨਾਂ ਨੂੰ ਲੈ ਬੈਠੇਗਾ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਸਾਨੂੰ ਪਾਪ ਤੋਂ ਬਚਾਉਂਦੇ ਨੇ ਮਹਾਰਾਜ, ਬੁਰਾਈ ਤੋਂ ਪਾਪ ਤੋਂ ਬਚਾਉਂਦੇ ਨੇ। ਇਸ ਲਈ ਮਹਾਰਾਜ ਕਹਿੰਦੇ ਮਹਾਪਾਪ, ਜਦੋਂ ਇਹ ਮਹਾਪਾਪ ਇਹਨਾਂ ਦੇ ਜੀਵਨ ਵਿੱਚ ਹੈ ਫਿਰ ਇਹ ਸਦੀਵੀ ਸੰਸਾਰ ਵਿੱਚ ਨਹੀਂ ਰਹਿ ਸਕਦੇ ਹਨ। ਧਰਮ ਨੀਤ ਜੁਤ ਰਾਜ ਬਚਾਈ। ਇੱਥੇ ਤਾਂ ਧਰਮ ਦਾ ਰਾਜ ਸੱਚ ਦਾ ਬੋਲਬਾਲਾ ਹੈ। ਇਸ ਲਈ ਇਹ ਜਿਹੜੇ ਝੂਠ ਦੇ ਪਾਪ ਦੇ ਰਾਹ ਤੇ ਤੁਰਨ ਵਾਲੇ ਆ, ਇਹਨਾਂ ਦਾ ਸਮਾਂ ਪਾ ਕੇ ਨਾਸ਼ ਹੋਵੇਗਾ। ਨਹੀਂ ਠਹਿਰੋ ਅਬ ਚੱਲ ਮਰਦਾਨਾ। ਸਾਹਿਬ ਕਹਿੰਦੇ ਨਹੀਂ ਠਹਿਰਨਾ, ਆਪਾਂ ਪਾਪ ਵਾਲੀ ਥਾਂ ਤੇ ਨਹੀਂ ਰੁਕਣਾ ਹੈ। ਇੱਥੋਂ ਅੱਗੇ ਇਹਦਾ ਮਤਲਬ ਗੁਰੂ ਸਾਹਿਬ ਨੇ ਸਮਝਾਇਆ ਸੀ, ਪਰ ਇਹਨਾਂ ਨੂੰ ਸਮਝ ਕੋਈ ਨਹੀਂ ਆਈ। ਇਹਨਾਂ ਨੂੰ ਬੜਾ ਸਮਝਾਇਆ ਵੀ ਇਹ ਪਾਪ ਨਾ ਕਰੋ, ਇਸ ਪਾਪ ਤੋਂ ਬਚ ਜਾਓ, ਪਰ ਮੂਰਖ ਨਾਲ ਨਾ ਲੁੱਝੀਏ। ਇਹ ਮੂਰਖ ਨੇ ਇਹਨਾਂ ਨੂੰ ਸਮਝਾਉਣਾ ਇਸ ਵੇਲੇ ਔਖਾ ਸੀ। ਇਸ ਲਈ ਮਹਾਰਾਜ ਕਹਿੰਦੇ ਨਾ ਠਹਿਰੋ, ਹੁਣ ਨਹੀਂ ਠਹਿਰਨਾ। ਚੱਲ ਮਰਦਾਨਾ, ਭਾਈ ਮਰਦਾਨਾ ਜੀ ਚਲੋ ਆਪਾਂ ਚੱਲਣਾ ਕਰੀਏ। ਨਿਕਸੇ ਬਹਿਰ ਗਏ ਕਥਾਨਾ। ਮਹਾਰਾਜ ਲਾਹੌਰ ਤੋਂ ਨਿਕਲਿਆ, ਇੱਕ ਥਾਂ ਤੇ ਪਹੁੰਚੇ ਹਨ। ਇੱਕ ਦੂਜੇ ਦੰਬੀ ਉਤੋਂ ਗਾਰੀ। ਇੱਕ ਧਰਮ ਦੇ ਨਾਮ ਦੇ ਉੱਤੇ ਕਹਿੰਦੇ ਦੰਬੀ ਭਾਵ ਪਖੰਡੀ ਜਿਹੜਾ ਉਹ ਪਖੰਡ ਦਾ ਪਸਾਰਾ ਕਰਕੇ ਬੈਠਾ ਹੈ। ਬਹੁ ਪਖੰਡ ਨਿਜਕੀਨ ਸਵਾਰੀ। ਗੁਰੂ ਨੇ ਪਖੰਡ ਬਹੁਤ ਜ਼ਿਆਦਾ ਹੀ ਵਧਾਇਆ ਹੋਇਆ ਹੈ। ਸਵਾਇਆ ਆਪਾਂ ਵੈਸੇ ਘੱਟ ਨੂੰ ਕਹਿੰਦੇ ਆ, ਪਰ ਸਵਾਇਆ ਦਾ ਮਤਲਬ ਹੁੰਦਾ ਜ਼ਿਆਦਾ, ਵੱਧ ਨੂੰ ਵੀ ਸਵਾਇਆ ਜਿਹੜਾ ਉਹ ਕਹਿੰਦੇ ਆ। ਮਾਰੇ ਕਹਿੰਦੇ ਇਹਨਾਂ ਨੇ ਤੇ ਪਖੰਡ ਅੱਗੇ ਨਾਲੋਂ ਹੋਰ ਵਧਾਇਆ ਹੈ। ਗੋਬਰ ਸਿਓ ਤਲਲੀਪ ਬਣਾਈ। ਕਹਿੰਦੇ ਇੱਕ ਜਿਹੜਾ ਧਰਮੀ ਪੰਡਤ ਬੈਠਾ ਉੱਥੇ, ਉਹਨੇ ਜ਼ਮੀਨ ਦੇ ਉੱਤੇ ਗੋਬਰ ਦਾ ਲੇਪ ਪੁਰਾਤਨ ਸਮੇਂ ਦੇ ਵਿੱਚ
ਜਿਹੜੇ ਬਜ਼ੁਰਗ ਬੈਠੇ ਆ ਉਹਨਾਂ ਨੂੰ ਪਤਾ ਹੈ ਕਿ ਪਹਿਲੇ ਤੇ ਘਰ ਦੀਆਂ ਕੰਧਾਂ ਵੀ ਗੋਬਰ ਦੇ ਲੇਪ ਨਾਲ ਹੀ ਸਵਾਰੀਆਂ ਜਾਂਦੀਆਂ, ਵਿਹੜਾ ਵੀ, ਚੌਂਕਾ ਵੀ ਸਾਰਾ ਸਵਾਰਿਆ, ਕਿਉਂਕਿ ਉਸ ਵੇਲੇ ਥਾਵਾਂ ਕੱਚੀਆਂ ਹੁੰਦੀਆਂ ਸਨ। ਇੱਥੇ ਕਹਿੰਦੇ ਇਹਨੇ ਗੋਬਰ ਸੋਂ ਧਰਮ ਨੇ ਜ਼ਮੀਨ ਲੇਪ, ਇਹਨੇ ਜ਼ਮੀਨ ਦੇ ਉੱਤੇ ਗੋਬਰ ਦਾ ਲੇਪ ਕੀਤਾ ਹੈ। ਬਹੁੜੋ ਉੱਪਰ ਕੋ ਸਾਡ ਸਾਈ ਉਹਦੇ ਉੱਪਰ ਇੱਕ ਇਹਨੇ ਆਪਣਾ ਆਸਨ ਜਿਹੜਾ ਉਹ ਬਣਾਇਆ ਹੈ। ਬਸਤਰ ਉਤਾਰ ਕੀ ਇਸ਼ਨਾਨੇ ਕਹਿੰਦੇ ਇਹਨੇ ਕੀ ਕੀਤਾ, ਉੱਥੇ ਨਾਲ ਹੀ ਇੱਕ ਪਾਣੀ ਦਾ ਚਸ਼ਮਾ ਹੋਏਗਾ, ਬਸਤਰ ਉਤਾਰ ਇਸ਼ਨਾਨ ਕੀਤਾ ਹੈ। ਦਵਾਦਸ ਤਿੰਨ ਮੈਂ ਤਿਲਕ ਲਗਾਨੇ ਔਰ ਜਿਹੜੇ ਧਾਰਮਿਕ ਚਿੰਨ੍ਹ ਨੇ ਇਹਨੇ ਆਪਣੇ ਇਸ਼ਨਾਨ ਤੋਂ ਬਾਅਦ ਤਨ ਤੇ ਸਜਾਉਣੇ ਕੀਤੇ, ਭਾਵ ਤਿਲਕ ਵੀ ਇਹਨੇ ਲਗਾਇਆ ਹੈ। ਰਾਖੇ ਸਾਲਗ੍ਰਾਮ ਆਗਾਰੀ ਔਰ ਇਹਨੇ ਤਿਲਕ ਲਾ ਲਿਆ, ਧਾਰਮਿਕ ਚਿੰਨ੍ਹ ਜਿਹੜੇ ਸੀ ਆਪਣੇ ਸਰੀਰ ਤੇ ਇਹਨੇ ਬਣਾਏ ਲਾਏ। ਅੱਗੇ ਇੱਕ ਜਿਹੜਾ ਸੀ ਸਾਲਗ੍ਰਾਮ, ਜਿਹਦੀ ਇਹ ਪੂਜਾ ਕਰਦੇ ਆ, ਜਿਹਨੂੰ ਇਹ ਠਾਕੁਰ ਮੰਨਦੇ ਆ, ਕਹਿੰਦੇ ਉਹ ਅੱਗੇ ਅਗਾਰੀ ਦਾ ਅਰਥ ਹੈ ਰਾਖੇ ਸਾਲਗ੍ਰਾਮ ਅਗਾਰੀ, ਆਪਣੇ ਅੱਗੇ ਉਹ ਸਾਲਗ੍ਰਾਮ ਰੱਖਿਆ ਹੈ। ਪੂਜਨ ਕੀਰ ਸੰਭਾਰ ਸੰਭਾਰੀ ਔਰ ਉਹਦੀ ਪੂਜਾ ਕਰਨ ਵਾਸਤੇ ਸਾਰੀ ਸਮੱਗਰੀ ਇਕੱਠੀ ਕੀਤੀ ਹੈ। ਲੈ ਕਰ ਕੰਟਾ ਹੱਥ ਵਜਾਵਾ ਔਰ ਹੱਥ ਵਿੱਚ ਕਹਿਣ ਲੱਗੇ ਘੰਟੀ ਲੈ ਕੇ ਵਜਾਉਣੀ ਕੀਤੀ ਹੈ। ਬਾਰੇ ਬਾਰੇ ਤਰ ਪਰ ਸਿਰ ਲਾਵਾ ਬਾਰ-ਬਾਰ ਜ਼ਮੀਨ ਉੱਤੇ ਆਪਣਾ ਸਿਰ ਲਾਉਂਦਾ ਹੈ, ਫਿਰ ਬੈਠ ਜਾਂਦਾ ਹੈ, ਫਿਰ ਸਿਰ ਲਾਉਂਦਾ ਹੈ, ਇਸ ਤਰ੍ਹਾਂ ਇਹ ਕਰ ਰਿਹਾ ਹੈ। ਬਹੁੜੋ ਮੱਲਾ ਲਈ ਨਹੀਂ ਪਾਣਾ ਕੁਝ ਸਮਾਂ ਇਹਨੇ ਇਦਾਂ ਹੀ ਕੀਤਾ। ਪਹਿਲਾਂ ਕਹਿੰਦੇ ਨੇ ਉਹ ਘੰਟੀ ਵਜਾਈ, ਫਿਰ ਸਿਰ ਆਪਣਾ ਜ਼ਮੀਨ ਤੇ ਲਾਇਆ, ਫਿਰ ਉਠਾਇਆ, ਫਿਰ ਲਾਇਆ, ਫਿਰ ਥੋੜੀ ਦੇਰ ਬਾਅਦ ਮਾਲਾ ਕਹਿੰਦੇ ਆਪਣੇ ਹੱਥ ਵਿੱਚ ਪਕੜ ਲਈ ਹੈ। ਨੈਣੇ ਬੁੰਦ ਬੈਠਿਓ ਬਕਤਿਆਨਾ ਫਿਰ ਇਹਨੇ ਨੇਤਰ ਜਿਹੜੇ ਸੀ ਬੰਦ ਕਰਕੇ ਬੈਠ ਗਿਆ। ਦੇਖ ਮਜਾਰੇ ਲਜਾਵੇ ਜਾਹੀ ਕਹਿਣ ਲੱਗੇ ਇਹਨੂੰ ਜਿਹੜਾ ਇਹ ਜੋ ਇਹਦਾ ਰੂਪ ਵੇਖ ਕੇ ਜਿਹੜਾ ਇਹਦੇ ਕੋਲੋਂ ਲੰਘਦਾ ਹੈ ਉਹ ਵੀ ਹੈਰਾਨ ਹੋ ਜਾਂਦਾ ਵੀ ਇਹ ਕੀ ਕਰ ਰਿਹਾ ਹੈ। ਮਾਇਆ ਕੋ ਲਾਲਚ ਮਨ ਵਾਹੀ ਹੁਣ ਅਸਲ ਵਿੱਚ ਦੇਖੋ, ਅੱਗੇ ਵੀ ਬੜੀ ਵਾਰ ਜ਼ਿਕਰ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਆ ਵੀ ਧਰਮ ਦਾ ਕਰਮ ਕਿਵੇਂ ਕਰਨਾ ਹੈ। ਤਰੀਕੇ ਬਦਲੇ ਨੇ। ਜੇ ਮਹਾਰਾਜ ਜੀ ਇਸਲਾਮ ਧਰਮ ਗਏ, ਤਰੀਕਾ ਬਦਲਿਆ, ਉਹਨਾਂ ਨੂੰ ਹਟਾਇਆ ਨਹੀਂ ਵੀ ਤੁਸੀਂ ਆਹ ਕੰਮ ਨਾ ਕਰੋ, ਸਿਰਫ ਤਰੀਕਾ ਬਦਲੋ। ਹਰ ਇੱਕ ਦੀ ਪਰਿਭਾਸ਼ਾ, ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਿੱਤੀ ਗਈ ਹੈ। ਸੋ ਪੰਡਤ ਜੋ ਮਨ ਪਰ ਬੋਧ ਹੈ ਰਾਮ ਨਾਮ ਆਤਮ ਮੈਂ ਸੋਧ ਹੈ, ਜਿਹੜਾ ਰਾਮ ਦੇ ਨਾਮ ਨੂੰ ਆਪਣੇ ਆਤਮਿਕ ਮੰਡਲ ਵਿੱਚ ਲੈ ਜਾਏ, ਤੇ ਜਿਹੜਾ ਕੇਵਲ ਬਾਹਰੋਂ ਪਹਿਰਾਵਾ ਪਾ ਕੇ ਤੇ ਲੋਕਾਂ ਨੂੰ ਦੱਸਦਾ ਹੈ ਕਿ ਮੈਂ ਉਹ ਨਿਰੰਕਾਰ, ਮੈਂ ਉਸ ਰੱਬ ਦੇ ਵਿੱਚ ਰੰਗਿਆ ਹੋਇਆ, ਪਰ ਅੰਦਰ ਉਹਦੇ ਪਰਮੇਸ਼ਵਰ ਦੇ ਨਾਮ ਦਾ ਰੰਗ ਕੋਈ ਨਹੀਂ ਲੱਗਾ, ਤੇ ਫਿਰ ਉਹ ਬਾਹਰੀ ਪਹਿਰਾਵਾ, ਬਾਹਰੀ ਦਿਖਾਵਾ ਇੱਕ ਪਖੰਡ ਬਣ ਜਾਏਗਾ। ਇੱਥੇ ਸਤਿਗੁਰੂ ਮਹਾਰਾਜ ਜੀ ਵੀ ਵੇਖ ਰਹੇ ਨੇ ਕਿ ਮਾਇਆ ਕੇ ਲਾਲਚ ਮਨ ਮਾਹੀ, ਮਨ ਵਿੱਚ ਮਾਇਆ ਦਾ ਲਾਲਚ ਭਰਿਆ ਪਿਆ ਹੈ, ਹੱਥ ਵਿੱਚ ਮਾਲਾ ਤੇ ਮੱਥੇ ਤੇ ਤਿਲਕ ਲੱਗਾ ਹੈ। ਬਹੁਨਰ ਆਏ ਬੰਦਨਾ ਕਰੇਗੀ ਹੁਣ ਜਿਹੜੇ ਭੋਲੇ ਭਾਲੇ ਲੋਕ ਸਨ, ਉਹਨਾਂ ਨੇ ਦੇਖਿਆ ਵੀ ਇੱਥੇ ਬਹੁਤ ਪਹੁੰਚਿਆ ਲੱਗਦਾ ਹੈ, ਇੱਥੇ ਬੜਾ ਮਹਾਨ ਲੱਗਦਾ ਹੈ, ਇਹਦੀ ਤਾਂ ਸੁਰਤ ਰੱਬ ਨਾਲ ਜੁੜੀ ਲੱਗਦੀ ਹੈ। ਉਹ ਜਿਹੜੇ ਭੋਲੇ ਭਾਲੇ ਲੋਕ ਸੀ ਆ ਕੇ ਨਮਸਕਾਰਾਂ ਕਰਨ ਲੱਗ ਪਏ। ਜਥਾ ਸ਼ਕਤ ਤੇ ਪੇਟਾ ਤਰਹੀ ਇਹਦੇ ਕੋਲ ਜਿੰਨੀ ਸ਼ਕਤੀ ਸਮਰੱਥਾ ਸੀ ਉਹ ਪਿਟਾਵਾਂ ਇਹਦੇ ਅੱਗੇ ਰੱਖਣ ਲੱਗ ਪਏ। ਸ਼੍ਰੀ ਨਾਨਕ ਤੇ ਉਨਕੀ ਜਾਨੀ ਗੁਰੂ ਨਾਨਕ ਸਾਹਿਬ ਜੀ ਨੇ ਇਹਦੇ ਅੰਦਰ ਦੀ ਅਵਸਥਾ ਨੂੰ ਜਾਣਿਆ। ਅਸੀਂ ਬਾਹਰ ਦਾ ਪਹਿਰਾਵਾ ਵੇਖ ਕੇ ਸਮਝਦੇ ਹਾਂ ਵੀ ਇਹ ਕਿਦਾਂ ਦਾ ਹੈ, ਪਰ ਸਤਿਗੁਰੂ ਸਾਡੇ ਅੰਦਰ ਦਾ ਜੀਵਨ ਵੇਖਦੇ ਆ, ਇਹਦੀ ਸੋਚ, ਇਹਦਾ ਆਚਰਣ ਕਿਸ ਤਰ੍ਹਾਂ ਦਾ ਹੈ। ਸਤਿਗੁਰੂ ਮਹਾਰਾਜ ਨੇ ਇਹਦੇ ਹਿਰਦੇ ਦੀ ਅਵਸਥਾ ਨੂੰ ਜਾਣਨਾ ਕੀਤਾ। ਬੋਲੇ ਦੰਬੇ ਹਨ ਕੀ ਬਾਨੀ ਇਹਦੇ ਪਖੰਡ ਨੂੰ ਨਾਸ਼ ਕਰਨ ਵਾਸਤੇ ਸਤਿਗੁਰੂ ਜੀ ਬੋਲੇ ਹਨ। ਹੈ ਦਿਜ ਧਿਆਨ ਕਹਾ ਕੋ ਤਾਰੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਹੇ ਦਿਜ, ਹੇ ਪੰਡਤ ਜੀ, ਤੁਸੀਂ ਆਪਣਾ ਧਿਆਨ ਜਿਹੜਾ ਅੱਖਾਂ ਬੰਦ ਕਰਕੇ ਲਾਇਆ, ਕਿੱਥੇ ਲਾਇਆ ਹੈ? ਸਾਲਗ੍ਰਾਮ ਤੁਮਾਰੇ ਅਗਾਰੀ ਇਹਨੂੰ ਤੁਸੀਂ ਆਪਣਾ ਠਾਕੁਰ ਮੰਨਦੇ ਹੋ, ਇਸ਼ਟ ਮੰਨਦੇ ਹੋ, ਉਹ ਤਾਂ ਤੁਹਾਡੇ ਸਾਹਮਣੇ ਪਿਆ, ਉਹ ਤੇ ਤੁਹਾਡੇ ਸਾਹਮਣੇ ਹੈ, ਤੇ ਤੁਸੀਂ ਅੱਖਾਂ ਬੰਦ ਕਰਕੇ ਧਿਆਨ ਕਿਹਦਾ ਲਾਇਆ ਹੈ? ਆਪਣੋ ਇਸ਼ਟ ਸਮੀਪ ਨਾ ਹੋਈ ਕਹਿੰਦੇ ਜਾਂ ਤੇ ਤੁਹਾਡਾ ਇਸ਼ਟ ਤੁਹਾਡੇ ਕੋਲ ਨਹੀਂ ਹੈ, ਤੁਸੀਂ ਧਿਆਨ ਕਿਸੇ ਹੋਰ ਦਾ ਅੱਖਾਂ ਬੰਦ ਕਰਕੇ ਧਰ ਰਹੇ ਹੋ, ਤੇ ਜੇ ਤੁਹਾਡਾ ਇਸ਼ਟ ਤੁਹਾਡੇ ਸਾਹਮਣੇ ਆ, ਫਿਰ ਧਿਆਨ ਹੋਰ ਕਿਸੇ ਦਾ ਕਿਵੇਂ? ਸਤਿਗੁਰੂ ਜੀ ਨੇ ਇਹ ਬਚਨ ਕੀਤੇ ਹਨ। ਤੋਹਿਤ ਧਿਆਨ ਮੁੰਡੇ ਚੱਕ ਦੋਈ ਮਹਾਰਾਜ ਜੀ ਕਹਿੰਦੇ ਫਿਰ ਤੂੰ ਇਹ ਅੱਖਾਂ ਕਿਉਂ ਮੁੰਦੀਆਂ, ਅੱਖਾਂ ਮੀਟ ਕੇ ਕਿਉਂ ਬੈਠਾ, ਜਦ ਕਿ ਤੇਰਾ ਇਸ਼ਟ ਤੇਰੇ ਸਾਹਮਣੇ ਹੈ। ਸ੍ਰੇਸ਼ਟ ਹਜੂਰੇ ਸੋ ਪ੍ਰੀਤਮ ਤੇਰੀ ਕਹਿੰਦੇ ਨੇ ਦ੍ਰਿਸ਼ਟ ਹਜ਼ੂਰ ਸੋ ਪ੍ਰੀਤਮਾ ਤੇਰੀ, ਜਿਹੜਾ ਤੇਰਾ ਪ੍ਰੀਤਮ ਹੈ, ਇਸ਼ਟ ਹੈ, ਜਿਹਨੂੰ ਤੂੰ ਆਪਣਾ ਸਭ ਕੁਝ ਮੰਨਦਾ ਹੈ, ਉਹ ਤਾਂ ਤੇਰੀ ਦ੍ਰਿਸ਼ਟ ਨਜ਼ਰ ਦੇ ਸਾਹਮਣੇ ਹੈ। ਤੈਲੋ ਚਨਕੋ ਮੁੰਡੇ ਫੇਰੀ ਜੇ ਤੇਰਾ ਇਸ਼ਟ, ਤੇਰਾ ਦੇਵਤਾ ਤੇਰੇ ਸਾਹਮਣੇ ਹੈ, ਤੇ ਫਿਰ ਅੱਖਾਂ ਬੰਦ ਕਰਨ ਦਾ ਕੀ ਲਾਭ ਹੈ? ਤਬ ਦਿਜ ਬੋਲੇ ਪਖੰਡ ਰਤਾ ਜਿਹਦਾ ਮਨ ਹੋਰ ਸੀ ਤੇ ਬਾਹਰੋਂ ਕੁਝ ਹੋਰ ਰੂਪ ਬਣਾ ਕੇ ਬੈਠਾ ਸੀ, ਉਹ ਫਿਰ ਕਹਿੰਦੇ ਬੋਲਿਆ ਹੈ। ਸੁਨੋ ਫਕੀਰ ਤੁਮੇ ਨਹੀਂ ਗਿਆਤਾ ਪਤਾ ਕੀ ਕਹਿੰਦਾ? ਕਹਿੰਦਾ ਉਹ ਫਕੀਰ, ਤੈਨੂੰ ਗਿਆਨ ਨਹੀਂ ਹੈ, ਤੈਨੂੰ ਸੋਝੀ ਨਹੀਂ ਹੈ, ਮੈਂ ਜਿਹਦਾ ਧਿਆਨ ਧਰ ਕੇ ਬੈਠਾ, ਮੈਨੂੰ ਪਤਾ ਹੈ ਤੁਹਾਨੂੰ ਉਹਦੀ ਸੋਝੀ ਨਹੀਂ ਹੈ। ਪ੍ਰੀਤਮਾ ਕੀ ਸੇਵਾ ਕਰ ਲੀਨੀ ਕਹਿੰਦੇ ਮੈਂ ਆਪਣੇ ਇਸ ਠਾਕੁਰ ਦੀ ਇਸ਼ਟ ਦੀ ਸੇਵਾ ਕੀਤੀ ਹੈ, ਬਾਰ ਬਾਰ ਤਰ ਬੰਦਨ ਦੀਨੀ ਔਰ ਇਹਦੇ ਅੱਗੇ ਮੈਂ ਬਾਰ-ਬਾਰ ਬੰਦਨ ਨਮਸਕਾਰ ਕੀਤੀ ਹੈ। ਨੈਣ ਭੁੰਦੇ ਤਬ ਹੀ ਬਿਤ ਰੋਕੀ ਮੈਂ ਤਾਂ ਅੱਖਾਂ ਬੰਦ ਕਰਕੇ ਆਪਣੀ ਇੰਦਰੀਆਂ ਨੂੰ ਰੋਕਿਆ ਹੈ। ਜਿਹੜਾ ਮੇਰਾ ਇਸ਼ਟ ਹੈ ਨਾ ਸਾਲਗ੍ਰਾਮ, ਉਤੇ ਮੈਂ ਸਾਹਮਣੇ ਉਹਦੀ ਪੂਜਾ ਵੀ ਕਰ ਲਈ, ਬਾਰ-ਬਾਰ ਮੈਂ ਮੱਥੇ ਵੀ ਟੇਕ ਲਏ ਉਹਨੂੰ, ਪਰ ਜੇ ਮੈਂ ਅੱਖਾਂ ਬੰਦ ਕਰਕੇ ਬੈਠਾ ਤਾਂ ਬੈਠਾ ਕਿ ਮੈਂ ਆਪਣੀ ਬਿਰਤੀ ਨੂੰ ਅੰਦਰ ਟਿਕਾਇਆ, ਮੈਂ ਆਪਣੀ ਇੰਦਰੀਆਂ ਨੂੰ ਅੰਦਰ ਰੋਕਿਆ ਹੈ। ਹੋਬਤ ਹੈ ਸੁਧ ਮੁਝੇ ਤੇ ਲੋਕੀ ਤੇ ਜਦੋਂ ਮੈਂ ਆਪਣੀ ਇੰਦਰੀਆਂ ਨੂੰ ਰੋਕ ਲੈਣਾ, ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ, ਤਿੰਨਾਂ ਲੋਕਾਂ ਦਾ ਚਾਨਣ ਹੋ ਜਾਂਦਾ ਹੈ, ਮੈਨੂੰ ਪਤਾ ਲੱਗ ਜਾਂਦਾ ਹੈ ਆਸਮਾਨ ਤੇ ਕੀ ਹੈ, ਧਰਤੀ ਤੇ ਕੀ ਹੈ, ਪਤਾਲ ਤੇ ਕੀ ਹੈ, ਮੈਨੂੰ ਤਿੰਨਾਂ ਲੋਕਾਂ ਦਾ ਚਾਨਣ ਹੋ ਜਾਂਦਾ ਹੈ। ਅਸ ਕੇ ਬੈਠੇ ਲਾਇ ਧਿਆਨ ਇਸ ਵਾਸਤੇ ਮੈਂ ਅੱਖਾਂ ਬੰਦ ਕਰ ਧਿਆਨ ਲਾ ਕੇ ਬੈਠਾ ਹਾਂ। ਲੋਕ ਦਿਖਾਵਾ ਮਨ ਅਤਮਨਾ ਔਰ ਇਹ ਜੋ ਲੋਕ ਦੇਖ ਰਿਹਾ, ਇਹ ਮੈਨੂੰ ਮਾਣ ਇਸੇ ਲਈ ਦੇ ਰਿਹਾ, ਜੇ ਮੈਨੂੰ ਇਹ ਸਨਮਾਨ ਦੇ ਰਿਹਾ, ਇਸੇ ਲਈ ਦੇ ਰਹੇ ਹਨ। ਧਨ ਕੋ ਲਾਲਚ ਬੜੇ ਬਧੇਰਾ ਸਤਿਗੁਰੂ ਜੀ ਮੁਸਕਰਾਏ ਵੀ ਲੋਕ ਤਾਂ ਵੇਖ ਕੇ ਮਹਾਨ ਕਹਿ ਰਹੇ ਆ, ਪਰ ਇਹਦੇ ਮਨ ਦੀ ਅਵਸਥਾ ਨਹੀਂ ਨਾ ਜਾਣਦੇ। ਧਨ ਕੋ ਲਾਲਚ ਵਧਾ, ਇਹਦੇ ਮਨ ਵਿੱਚ ਤਾਂ ਧਨ ਦਾ ਲਾਲਚ ਬਹੁਤ ਵਧਿਆ ਪਿਆ ਹੈ। ਜੋ ਆਵੇ ਤੋ ਚਾਹੇ ਕਨੇਰਾ ਬਸ ਇਹ ਇਸ ਲਈ ਸਾਰਾ ਅਡੰਬਰ ਰਚਿਆ ਹੈ ਕਿ ਧਨ ਜਿਹੜਾ ਮੇਰੇ ਕੋਲ ਵੱਧ ਤੋਂ ਵੱਧ ਆਉਣਾ ਕਰੇ। ਕੋ ਮਤ ਕੰਦਨ ਕੋਸੀ ਜਗ ਸਾਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਦੇ ਅੰਦਰ ਦੀ ਭੈੜੀ ਮਤ ਨੂੰ ਖਤਮ ਕਰਨ ਵਾਸਤੇ। ਠਾਕੁਰੇ ਚੌਂਕੀ ਦੀਨ ਉਠਾਈ ਸਤਿਗੁਰੂ ਮਹਾਰਾਜ ਹੁਣ ਦੇਖੋ ਧਿਆਨ ਦੇ ਕੇ ਸੁਣਿਓ, ਜਦੋਂ ਇਹਨੇ ਆਖਿਆ ਨਾ ਵੀ ਮੈਂ ਤੇ ਅੱਖਾਂ ਬੰਦ ਕਰਦਾ, ਮੇਰੀ ਸੁਰਤ ਲੱਗਦੀ ਹੈ, ਤਿੰਨਾਂ ਲੋਕਾਂ ਦਾ ਚਾਨਣ ਹੋ ਜਾਂਦਾ ਹੈ, ਇੰਨੀ ਗੱਲ ਕਹਿ ਕੇ ਇਹਨੇ ਫਿਰ ਅੱਖਾਂ ਮੀਟ ਲਈਆਂ, ਅੱਖਾਂ ਬੰਦ ਕਰਕੇ ਬਹਿ ਗਿਆ। ਸਤਿਗੁਰੂ ਮਹਾਰਾਜ ਨੇ ਕੀ ਕੀਤਾ, ਉਹ ਜਿਹੜੀ ਸਾਹਮਣੇ ਇਹਨੇ ਚੌਂਕੀ ਰੱਖੀ ਹੋਈ ਸੀ ਨਾ ਸਾਲਗ੍ਰਾਮ, ਜਿੱਥੇ ਉਹਨੇ ਆਪਣਾ ਇਸ਼ਟ ਟਿਕਾਇਆ, ਸਤਿਗੁਰੂ ਮਹਾਰਾਜ ਨੇ ਉਹੀ ਉੱਥੋਂ ਸਾਹਮਣੇ ਹਟਾ ਕੇ ਇਹਦੇ ਪਿਛਾਂ ਨੂੰ ਰਖਵਾ ਦਿੱਤਾ। ਸਤਿਗੁਰੂ ਮਹਾਰਾਜ ਜੀ ਇਹਦੀ ਭੈੜੀ ਮਤ ਨੂੰ ਖਤਮ ਕਰਨ ਵਾਸਤੇ ਠਾਕੁਰ ਚੌਂਕੀ ਦੀਨ, ਜਿਹੜੀ ਉਹ ਠਾਕੁਰ ਦੀ ਚੌਂਕੀ ਹੈ, ਸਾਹਮਣੇ ਹਟਾ ਦਿੱਤੀ। ਇੱਕ ਬਹੂਰਤ ਬੀਤੇ ਪਾਚੇ ਜਦੋਂ 2 ਕੁ ਘੜੀਆਂ ਦਾ ਸਮਾਂ ਬਤੀਤ ਹੋਇਆ ਹੈ, ਦੇਖੋ ਵੀ ਲੋਕਾਂ ਲਾਗੇ ਆਛੇ ਉਹ ਜਿਹੜਾ ਕਹਿੰਦੇ ਬੈਠਾ ਸੀ ਨਾ, ਉਹਨੇ ਥੋੜੀ ਜਿਹੀਆਂ ਅੱਖਾਂ ਖੋਲ ਕੇ ਦੇਖਣਾ ਕੀਤਾ। ਠਾਕੁਰੇ ਚੌਂਕੀ ਜਵੇ ਨਾ ਪਾਈ ਤੇ ਜਦੋਂ ਉਹਨੇ ਦੇਖਿਆ ਵੀ ਠਾਕੁਰ ਦੀ ਚੌਂਕੀ ਸਾਹਮਣੇ ਹੈ ਹੀ ਕੋਈ ਨਹੀਂ, ਥੋੜੀ ਦੇਰ ਬਾਅਦ ਅੱਖਾਂ ਖੋਲੀਆਂ ਤੇ ਸਾਹਮਣੇ ਦੇਖਿਆ ਵੀ ਮੇਰੇ ਠਾਕੁਰ ਜਿਹੜੀ ਚੌਂਕੀ ਮੈਂ ਤਿਆਰ
ਕੀਤੀ ਸੀ ਉਹ ਸਾਹਮਣੇ ਹੈ ਹੀ ਨਹੀਂ ਹੈ। ਕਰਤ ਬਿਰਲਾ ਪਰੇ ਹੋ ਕੇ ਬਸ ਗਾਈ ਉਸੇ ਵੇਲੇ ਵਿਰਲਾਪ ਕਰਨ ਲੱਗਿਆ। ਭਾਵ ਉਸੇ ਵੇਲੇ ਜਿਹੜਾ ਸੀ ਉਹ ਕ੍ਰੋਧ ਵਿੱਚ ਆ ਗਿਆ ਵੀ ਮੇਰੇ ਜਿਹੜੇ ਠਾਕੁਰ ਦੀ ਚੌਂਕੀ ਆ ਇਹ ਗਈ ਤਾਂ ਗਈ ਕਿੱਥੇ ਹੈ। ਚਿੰਤਾ ਤੁਰੇ ਹਬ ਲੋਕਾਂ ਨੇ ਪੁੱਛਾ ਘਬਰਾਹਟ ਹੋ ਗਈ, ਚਿੰਤਾ ਵਿੱਚ ਆ ਗਿਆ। ਜਿਹੜੇ ਲੋਕ ਬੈਠੇ ਸੀ ਨਾ ਇਹਦੇ ਸਾਹਮਣੇ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਦੇਖੀ ਹੈ ਮੇਰੇ ਠਾਕੁਰ ਦੀ ਚੌਂਕੀ ਕਿੱਥੇ ਗਈ, ਤੁਸੀਂ ਦੇਖੀ? ਉਹ ਸਾਰੇ ਲੋਕਾਂ ਨੂੰ ਪੁੱਛਦਾ ਹੈ। ਦੀਨੋ ਉਤਰੇ ਸਭਨੇ ਛੁੱਛਾ ਸਾਰਿਆਂ ਨੇ ਆਖਿਆ ਵੀ ਸਾਨੂੰ ਨਹੀਂ ਪਤਾ, ਅਸੀਂ ਵੀ ਤੁਹਾਡੇ ਨਾਲ ਅੱਖਾਂ ਬੰਦ ਕਰਕੇ ਬੈਠੇ ਸਾਂ। ਬੁਝਿਓ ਪ੍ਰਭੂ ਕਹਿ ਦਿਜ ਗਾਥਾ ਕਹਿਣ ਲੱਗੇ ਬੁਝਿਓ ਪ੍ਰਭੂ ਕਹੋ ਦਿਜ ਗਾਥਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨੂੰ ਪੁੱਛਦੇ ਹਨ, ਅਬ ਤੂੰ ਹੁਤੋ ਹਰਕ ਕੇ ਸਾਥਾ ਕਹਿੰਦੇ ਹੁਣੇ ਤਾਂ ਤੂੰ ਬੜਾ ਖੁਸ਼ ਹੋ ਕੇ ਸਾਡੇ ਨਾਲ ਗੱਲਾਂ ਕਰ ਰਿਹਾ ਸੀ ਵੀ ਮੈਨੂੰ ਤਿੰਨਾਂ ਲੋਕਾਂ ਦਾ ਚਾਨਣ ਹੋ ਜਾਂਦਾ ਹੈ। ਜਦੋਂ ਮੈਂ ਅੱਖਾਂ ਮੀਟ ਕੇ ਬੈਠਦਾ ਮੈਨੂੰ ਤਿੰਨਾਂ ਲੋਕਾਂ ਦਾ ਚਾਨਣ ਮੈਨੂੰ ਪਤਾ ਲੱਗਦਾ ਤਿੰਨ ਲੋਕਾਂ ਵਿੱਚ ਕੀ ਹੈ। ਜਦੋਂ ਮੇਰੀ ਸੁਰਤ ਜੁੜਦੀ ਹੈ ਤੂੰ ਬੜਾ ਖੁਸ਼ ਹੋ ਕੇ ਕਹਿੰਦਾ ਸੀ। ਕਿਉਂ ਬਹਿ ਬੱਲੇ ਬਿਰਲਾ ਪੁਕਾਰਾ ਤੇ ਹੁਣ ਤੂੰ ਘਬਰਾਇਆ ਪਿਆ, ਹੁਣ ਤੂੰ ਚਿੰਤਾ ਵਿੱਚ ਆ ਕੇ ਹਰ ਇੱਕ ਨੂੰ ਪੁੱਛਦਾ ਪਿਆ ਕਿ ਮੇਰੇ ਠਾਕੁਰ ਦੀ ਚੌਂਕੀ ਕਿੱਥੇ ਗਈ। ਕੋ ਕਾਰਜ ਦਾ ਬਿਗੜ ਤੁਮਾਰਾ ਮਹਾਰਾਜ ਹੱਸ ਕੇ ਕਹਿੰਦੇ ਕੀ ਹੋਇਆ, ਕੋਈ ਕੰਮ ਵਿਗੜ ਗਿਆ, ਕੋਈ ਕਾਰਜ ਤੇਰਾ ਵਿਗੜ ਗਿਆ ਜੋ ਮੱਥੇ ਉੱਤੇ ਇੰਨੀ ਚਿੰਤਾ ਨਜ਼ਰ ਆਉਂਦੀ ਹੈ। ਹੈ ਸੰਤੋਜੇ ਸਾਲ ਗਰਾਮਾ ਕਹਿਣ ਲੱਗਾ ਹੇ ਫਕੀਰ, ਹੇ ਰੱਬ ਦੇ ਪਿਆਰੇ, ਜਿਹੜਾ ਮੇਰਾ ਸਾਲਗ੍ਰਾਮ ਜਾਂ ਮੇਰੇ ਠਾਕੁਰ ਦੀ ਜਿਹੜੀ ਚੌਂਕੀ ਸੀ ਕਾਹੋ ਚੁਰਾਏ ਲੀ ਨਸਰਾਮਾ ਮੈਨੂੰ ਲੱਗਦਾ ਵੀ ਕਿਸੇ ਨੇ ਚੁਰਾ ਲਈ ਹੈ, ਕਿਸੇ ਨੇ ਚੋਰੀ ਜੜੀਆ ਕਰ ਲਈ, ਇੱਥੋਂ ਕੋਈ ਚੁੱਕ ਕੇ ਲੈ ਗਿਆ ਹੈ। ਕੇਤੀ ਕੋ ਹੁਤੋ ਤਨ ਚੌਂਕੀ ਮਾਹੀ ਮਾਫ ਕਰਨਾ, ਗੱਲ ਕੱਲੇ ਠਾਕੁਰ ਤੇ ਚੌਂਕੀ ਦੀ ਨਹੀਂ, ਗੱਲ ਤੇ ਇਹ ਸੀ ਵੀ ਹੁਤੋ ਧਨ ਜਿਹੜੇ ਆਏ ਹੋਏ तमाम ਲੋਕ ਨੇ ਉਹਨਾਂ ਨੇ ਜੋ ਧਨ ਉੱਥੇ ਰੱਖਿਆ ਉਹ ਧਨ ਵੀ ਵਿੱਚ ਹੀ ਸੀ। ਹੁਣ ਚਿੰਤਾ ਇਸ ਗੱਲ ਦੀ ਹੈ ਵੀ ਉਹ ਧਨ ਜਿਹੜਾ ਹੈ ਉਹ ਨਾਲ ਚਲਾ ਗਿਆ। ਰਹਿਓ ਬੂਝ ਕੋ ਦੇਵਤ ਨਹੀਂ ਰਹੇ ਉਹ ਬੂਝ, ਮੈਂ ਪੁੱਛਦਾ ਪਿਆ ਸਾਰਿਆਂ ਨੂੰ, ਕੋਈ ਨਹੀਂ ਦੱਸਦਾ ਵੀ ਉਹ ਚੌਂਕੀ ਕੌਣ ਲੈ ਗਿਆ। ਗੁਰੂ ਕਹੇ ਸੁਧ ਤੁਝੇ ਤੇ ਲੋਕੀ ਸਤਿਗੁਰੂ ਮਹਾਰਾਜ ਹੱਸ ਕੇ ਕਹਿੰਦੇ ਆ ਵੀ ਮੈਨੂੰ ਤੇਰੀ ਗੱਲ ਸਮਝ ਨਹੀਂ ਆਈ। ਹੁਣੇ ਤੂੰ ਥੋੜੀ ਦੇਰ ਬਾਅਦ ਪਹਿਲਾਂ ਕਹਿ ਰਿਹਾ ਸੀ ਮੈਨੂੰ ਤਿੰਨਾਂ ਲੋਕਾਂ ਦਾ ਚਾਨਣ, ਮੈਂ ਤ੍ਰਿਲੋਕੀ ਹਾਂ, ਤੇ ਜੇ ਤੂੰ ਤਿੰਨਾਂ ਲੋਕਾਂ ਦੀ ਸੂਝ ਬੂਝ ਰੱਖਦਾ ਹੈ ਕਰੋ ਧਿਆਨ ਕੋ ਲੈ ਮਿਲੋਕੀ ਫਿਰ ਧਿਆਨ ਧਰ, ਅੱਖਾਂ ਮੀਟ ਤੇ ਅੱਖਾਂ ਮੀਟ ਕੇ ਧਿਆਨ ਧਰ ਕੇ ਵੇਖ ਤੇਰੀ ਠਾਕੁਰ ਦੀ ਚੌਂਕੀ ਤੇ ਉਹਦੇ ਤੇ ਪਿਆ ਧਨ ਕਿੱਥੇ ਆ। ਸਤਿਗੁਰੂ ਮਹਾਰਾਜ ਇਹੀ ਤੇ ਸਤਿਗੁਰੂ ਦੁਨੀਆ ਦੇ ਸਾਹਮਣੇ ਰੱਖਣਾ ਚਾਹੁੰਦੇ ਸੀ। ਸਾਹਿਬ ਜੀ ਕਹਿੰਦੇ ਤੂੰ ਆਪੇ ਹੀ ਕਿਹਾ ਵੀ ਮੈਂ ਤ੍ਰਿਲੋਕੀ ਹਾਂ, ਮੈਨੂੰ ਤਿੰਨਾਂ ਲੋਕਾਂ ਦਾ ਜਿਹੜਾ ਗਿਆਨ ਹੈ, ਤੇ ਫਿਰ ਹੁਣ ਧਿਆਨ ਧਰ, ਅੱਖਾਂ ਮੀਟ ਤੇ ਵੇਖ ਤੇਰੇ ਠਾਕੁਰ ਦੀ ਚੌਂਕੀ ਤੇ ਉਹ ਧਨ ਕਿੱਥੇ ਗਿਆ। ਕਹਾਂ ਦੁਰਾਬੇ ਕੋ ਤਹ ਜਾਈ ਜਿਹਨੂੰ ਤਿੰਨਾਂ ਲੋਕਾਂ ਦਾ ਚਾਨਣ ਹੁੰਦਾ ਉਹਦੇ ਤੋਂ ਕੁਝ ਛੁਪਦਾ ਹੀ ਨਹੀਂ ਹੈ, ਉਹਦੇ ਤੋਂ ਕੁਝ ਛੁਪਾਇਆ ਹੀ ਨਹੀਂ ਜਾ ਸਕਦਾ। ਨਿਕੇ ਦੇਖ ਲੈ ਸਭ ਥਾਈ ਤੂੰ ਅੱਖਾਂ ਮੀਟ ਕੇ ਚੰਗੀ ਤਰ੍ਹਾਂ ਦੇਖ ਲੈ, ਤੈਨੂੰ ਨਜ਼ਰ ਆ ਜਾਵੇਗਾ। ਸੁਣ ਕੇ ਵਿਅੰਗ ਬਚਨ ਨਿਜ ਜਾਨੀ ਜਦੋਂ ਮਹਾਰਾਜ ਜੀ ਨੇ ਇਹ ਵਿਅੰਗ ਕੱਸਿਆ ਨਾ, ਜਦੋਂ ਸਾਹਿਬ ਨੇ ਇਹ ਗੱਲ ਇਹਨੂੰ ਕਹਿੰਦੇ ਦਿਜ ਇਸ ਪੰਡਤ ਜੀ ਨੂੰ ਕਹਿਣਾ ਕੀਤੀ, ਇਨਕੀ ਸ੍ਰੇਸ਼ਟ ਵਿਕੇ ਕਿਤ ਥਾਨੀ ਕਹਿਣ ਲੱਗੇ ਜਦੋਂ ਮਹਾਰਾਜ ਦੀ ਗੱਲ ਇਹਨੇ ਸੁਣੀ ਅੱਗੋਂ ਇਹਨੂੰ ਜਵਾਬ ਕੋਈ ਨਹੀਂ ਆਇਆ, ਕਿਉਂਕਿ ਦ੍ਰਿਸ਼ਟੀ ਜਾਂਦੀ ਨਹੀਂ ਸੀ ਕਿਤੇ ਅੰਦਰ। ਜਿਹੜੀ ਸੁਰਤ ਕਿਤੇ ਸੁਰਤ ਤਾਂ ਅਟਕੀ ਪਈ ਸੀ ਧਨ ਵਿੱਚ, ਉਹ ਤਾਂ ਤ੍ਰੈ ਗੁਣੀ ਮਾਇਆ ਵਿੱਚ ਸੁਰਤ ਅਟਕੀ ਪਈ ਸੀ, ਤਿੰਨਾਂ ਲੋਕਾਂ ਦੀ ਗੱਲ ਤੇ ਬੜੀ ਦੂਰ ਦੀ ਹੈ। ਹੁਣ ਇਹਦੀ ਦ੍ਰਿਸ਼ਟੀ ਤਾਂ ਸਿਰਫ ਧਨ ਤੱਕ ਟਿਕੀ ਸੀ। ਝੂਠ ਤਿਆਗ ਤਬ ਸੱਚ ਬਖਾਨਾ ਜਦੋਂ ਮਹਾਰਾਜ ਨੇ ਕਿਹਾ ਨਾ ਵੀ ਤੂੰ ਤਾਂ ਤਿੰਨਾਂ ਲੋਕਾਂ ਦਾ ਗਿਆਤਾ ਹੈ, ਦੇਖ ਲੈ ਕਿੱਥੇ ਪਈ ਆ ਚੌਂਕੀ, ਬਸ ਉਸੇ ਵੇਲੇ ਇਹਨੂੰ ਪਤਾ ਲੱਗ ਗਿਆ ਵੀ ਮੇਰਾ ਝੂਠ ਪਕੜਿਆ ਗਿਆ, ਮੇਰੇ ਅੰਦਰ ਦਾ ਝੂਠ ਪਕੜਿਆ ਗਿਆ, ਵੀ ਮੈਂ ਅੰਦਰੋਂ ਕੁਝ ਹੋਰ ਹਾਂ, ਬਾਹਰੋਂ ਅਡੰਬਰ ਰਚ ਕੇ ਬੈਠਾ ਲੋਕਾਂ ਨੂੰ ਆਪਣੇ ਵਸ ਕਰਨ ਵਾਸਤੇ। ਪਰ ਆਹ ਜਿਹੜਾ ਫਕੀਰ ਆਇਆ ਇਹਨੇ ਮੇਰੇ ਅੰਦਰ ਦੀ ਗੱਲ ਨੂੰ ਬੁੱਝ ਲਿਆ। ਜਦੋਂ ਇਹਨੂੰ ਪਤਾ ਲੱਗਾ ਵੀ ਝੂਠ ਪਕੜਿਆ ਗਿਆ ਤੇ ਝੂਠ ਤਿਆਗ ਤਬ ਸਾਚ ਬਖਾਨਾ, ਫਿਰ ਇਹਨੇ ਆਪਣਾ ਝੂਠ ਜਿਹੜਾ ਛੱਡ ਕੇ ਸੱਚ ਬੋਲਣਾ ਕੀਤਾ ਵੀ ਮੈਂ ਕੀ ਅਵਸਥਾ ਵਿੱਚ, ਕਿਹੜੀ ਅਵਸਥਾ ਵਿੱਚ ਹਾਂ। ਪੇਟ ਕੇ ਹੇਤੂ ਦੀ ਗੁਜਰਾਨਾ ਮਹਾਰਾਜ ਜੀ ਤੁਸੀਂ ਮੇਰੇ ਅੰਦਰ ਦੀ ਅਵਸਥਾ ਨੂੰ ਸਮਝ ਗਏ ਹੋ, ਪਰ ਮੈਂ ਜੋ ਵੀ ਕੀਤਾ ਆਪਣਾ ਪੇਟ ਭਰਨ ਵਾਸਤੇ ਕੀਤਾ। ਸਾਡੇ ਕੋਲ ਕੋਈ ਸਵਾਲ ਹੁੰਦਾ ਹੈ, ਅਸੀਂ ਹੇਰਾ ਫੇਰੀਆਂ ਕਰੀਏ, ਠੱਗੀਆਂ ਕਰੀਏ, ਚੋਰੀਆਂ ਕਰੀਏ, ਕਿਸੇ ਦੂਜੇ ਦਾ ਹੱਕ ਮਾਰੀਏ, ਕਾਹਦੇ ਲਈ ਕਰਦੇ ਹਾਂ? ਅਸੀਂ ਆਪਣੇ ਪਰਿਵਾਰ ਨੂੰ ਪਾਲਣ ਲਈ ਜੀ, ਪੇਟ ਭਰਨ ਵਾਸਤੇ ਕਰਦੇ ਹਾਂ। ਪਰ ਜਿਹਨੇ ਸਾਨੂੰ ਪੈਦਾ ਕੀਤਾ ਕਿ ਉਹ ਸਾਨੂੰ ਪੇਟ ਭਰਨ ਲਈ ਅੰਨ ਦੇ ਦੋ ਦਾਣੇ ਨਹੀਂ ਦੇਗਾ, ਪਰ ਸਾਨੂੰ ਉਹਦੇ ਤੇ ਭਰੋਸਾ ਨਹੀਂ ਹੈ ਨਾ। ਜਿਹਨੇ ਪੈਦਾ ਕੀਤਾ, ਨਾਲੇ ਮਹਾਰਾਜ ਨੇ ਇੱਕ ਸੱਚ ਸਾਡੇ ਸਾਹਮਣੇ ਰੱਖਿਆ। ਮਹਾਰਾਜ ਕਹਿੰਦੇ ਜਿਹਨੇ ਪੈਦਾ ਕੀ, ਹੁਣ ਦੇਖੋ ਬੱਚਾ ਜੰਮਿਆ, ਜੰਮਦੇ ਬੱਚੇ ਨੂੰ ਥੋੜੀ ਪਤਾ ਹੁੰਦਾ ਵੀ ਮੈਂ ਕੀ ਪੀਣਾ ਹੈ, ਮੈਂ ਕੀ ਖਾਣਾ ਹੈ। ਉਹ ਮਾਂ ਨੂੰ ਚਿੰਤਾ ਹੁੰਦੀ ਹੈ ਵੀ ਮੈਂ ਬੱਚੇ ਨੂੰ ਖੁਰਾਕ ਕਿਵੇਂ ਦੇਣੀ ਹੈ। ਬੱਚੇ ਨੂੰ ਚਿੰਤਾ ਨਹੀਂ ਹੁੰਦੀ ਖੁਰਾਕ ਕਿੱਥੋਂ ਲਿਆਉਣੀ ਹੈ, ਕਿਵੇਂ ਬਣਨੀ ਹੈ, ਉਹ ਮਾਂ ਨੂੰ ਚਿੰਤਾ ਹੈ। ਔਰ ਮਾਂ ਤੋਂ ਪਹਿਲਾਂ ਪਰਮਾਤਮਾ ਨੂੰ ਚਿੰਤਾ ਹੈ ਕਿ ਜਿਸ ਨੂੰ ਜਨਮ ਦੇਣਾ ਉਹਨੂੰ ਮਾਂ ਦੇ ਰਾਹੀਂ ਖੁਰਾਕ ਕਿਵੇਂ ਪਹੁੰਚਾਉਣੀ ਹੈ। ਇਸ ਲਈ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ, ਇਹ ਸੱਚ ਹੈ। ਜਿੱਥੇ ਅਸੀਂ ਦਾਣੇ ਚੁਗਣੇ ਆ ਮਹਾਰਾਜ ਨੇ ਉੱਥੇ ਸਾਨੂੰ ਭੇਜ ਦੇਣਾ ਹੈ ਵੀ ਤੂੰ ਆਹ ਕਿਰਤ ਕਰ, ਆਪਣੀ ਆਹ ਕੰਮ ਕਰ ਤੇ ਆਹ ਦਾਣੇ ਆਪਣੇ ਇਕੱਠੇ ਕਰ ਲੈ। ਪਰ ਸਾਨੂੰ ਉਹਦੇ ਤੇ ਭਰੋਸਾ ਨਹੀਂ ਹੁੰਦਾ, ਅਸੀਂ ਬੇਈਮਾਨੀਆਂ ਦੇ ਰਾਹ, ਹੇਰਾ ਫੇਰੀਆਂ ਦੇ ਰਾਹ ਤੁਰ ਪੈਂਦੇ ਆ। ਪਰ ਜਿੰਨੇ ਮਰਜ਼ੀ ਹੇਰਾ ਫੇਰੀਆਂ ਕਰ ਲਈਏ, ਖਾਣੇ ਤਾਂ ਫਿਰ ਵੀ ਦੋ ਹੀ ਪ੍ਰਸ਼ਾਦੇ ਨੇ, ਅੰਦਰ ਲੰਘਣੇ ਤਾਂ ਫਿਰ ਵੀ ਦੋ ਅੰਨ ਦੇ ਦਾਣੇ ਨੇ। ਇੱਥੇ ਇਹਨੇ ਜਵਾਬ ਦਿੱਤਾ ਜੀ ਪੇਟ ਕੇ ਹੇਤ ਹੁਤੀ ਗੁਜ਼ਰਾਨਾ, ਵੀ ਮੈਂ ਜੋ ਅਡੰਬਰ ਰਚਿਆ ਇਹ ਪੇਟ ਦੀ ਖਾਤਰ ਕੀਤਾ ਹੈ। ਕਹਿ ਕਰ ਕੂਲ ਜੀਵ ਕਾ ਲੇਉ ਇਹ ਝੂਠ ਬੋਲ ਬੋਲ ਕੇ ਲੋਕਾਂ ਤੋਂ ਮੈਂ ਆਪਣਾ ਪੇਟ ਭਰਦਾ ਹਾਂ, ਪਾਲਨ ਨਿਜ ਪਰਿਵਾਰ ਕਰੇਉ ਮੈਂ ਆਪਣੇ ਪਰਿਵਾਰ ਨੂੰ ਪਾਲਦਾ ਹਾਂ। ਤੇ ਉੱਥੇ ਫਿਰ ਭਗਤ ਸਾਹਿਬਾਨ ਨੇ ਸਾਡਾ ਭਲੇਖਾ ਕੱਢਿਆ, ਬਹੁ ਪਰ ਪੰਜ ਕਰ ਪਰ ਧਨ ਲਿਆਵੇ ਸੁੱਤ ਦਾਰਾ ਪੈ, ਆਨ ਲੁਟਾਵੇ ਮਨ ਮੇਰੇ, ਭੁੱਲੇ ਕਪਟ ਨਾ ਕੀਜੈ, ਅੰਤ ਨਵੇੜਾ ਤੇਰੇ ਜੀ ਪੈ ਲੀਜੈ। ਅੰਤ ਨੂੰ ਨਵੇੜਾ ਤੇਰੀ ਜਿੰਦ ਤੋਂ ਮੰਗਿਆ ਜਾਣਾ ਹੈ। ਇਸ ਲਈ ਅਸੀਂ ਤਾਂ ਕਹਿ ਦਿੰਦੇ ਹਾਂ ਜੀ ਪਰਿਵਾਰ ਦੀ ਖਾਤਰ ਕਰਨਾ ਪੈਂਦਾ ਹੈ, ਬੱਚਿਆਂ ਦੀ ਖਾਤਰ ਕਰਨਾ ਪੈਂਦਾ ਹੈ। ਪਰ ਜਦੋਂ ਨਵੇੜਾ ਹੋਣਾ ਉਸ ਦਿਨ ਬੱਚਿਆਂ ਨੇ ਕੋਲ ਨਹੀਂ ਖਲੋਣਾ, ਉਸ ਦਿਨ ਅੰਤ ਨਵੇੜਾ ਤੇਰੇ ਜੀ ਪੈ ਲੀਜੈ। ਇਸ ਲਈ ਇਹਨੇ ਵੀ ਜਵਾਬ ਦਿੱਤਾ ਜੀ ਪਾਲਣ ਨਿਜ ਪਰਿਵਾਰ ਕਰਿਓ, ਮੈਂ ਝੂਠ ਬੋਲ ਕੇ ਧਰਮ ਦੇ ਨਾਮ ਤੇ ਆਪਣੇ ਪਰਿਵਾਰ ਨੂੰ ਪਾਲਦਾ ਹਾਂ। ਹਵੇ ਲੋਕਨ ਮੇ ਮਨ ਕਨੇਰਾ ਇਹ ਝੂਠ ਬੋਲਣ ਨਾਲ ਮੈਨੂੰ ਲੋਕਾਂ ਵਿੱਚ ਇੱਜ਼ਤ ਮਾਣ ਮਿਲਦਾ ਹੈ। ਲਖੋ ਪਖੰਡ ਸੰਤ ਜੀ ਮੇਰਾ ਪਰ ਤੁਸੀਂ ਸੰਤ ਜੀ ਮੇਰੇ ਪਖੰਡ ਨੂੰ ਸਮਝ ਗਏ ਹੋ, ਦੁਨੀਆ ਦੇ ਲੋਕ ਨਹੀਂ ਸਮਝੇ, ਉਹ ਮੇਰੇ ਪਖੰਡ ਨੂੰ ਸੱਚ ਮੰਨ ਕੇ ਮੈਨੂੰ ਆ ਕੇ ਮੱਥੇ ਟੇਕਦੇ ਆ। ਪਰ ਤੁਸੀਂ ਉਹ ਜਿਹੜੇ ਮੇਰੇ ਪਖੰਡ ਨੂੰ ਸਮਝ ਗਏ। ਤੇਸੇ ਮੂਰਤ ਕਰ ਜੋਰੀ ਹਮਰੀ, ਕਹਿੰਦੇ ਹੱਥ ਜੋੜ ਬੇਨਤੀ ਹੈ, ਮੇਰੀ ਰੋਜ਼ੀ ਰੋਟੀ ਇਹਦੇ ਨਾਲ ਚੱਲਦੀ ਹੈ। ਦੇਉ ਬਤਾਓ ਡੀਠ ਮੈਂ ਤੁਮਰੀ, ਪਰ ਜੇ ਹੁਣ ਤੁਸੀਂ ਮੇਰੇ ਪਖੰਡ ਨੂੰ ਸਮਝ ਹੀ ਗਏ ਹੋ, ਮੈਂ ਤੁਹਾਨੂੰ ਮਜਬੂਰੀ ਦੱਸ ਦਿੱਤੀ ਆ, ਹੁਣ ਤੁਸੀਂ ਦੱਸੋ ਮੈਂ ਕੀ ਕਰਾਂ। ਅਬ ਲੋਕ ਕਿਉਂ ਜੇ ਲੇਵਤ ਕੋਈ, ਕਹਿੰਦੇ ਨੇ ਜੋ ਇਹ ਲੋਕ ਦੇਖਦੇ ਆ, ਬਸ ਲੋਕ ਦੇਖਣ ਤੇ ਹੀ ਵਿਸ਼ਵਾਸ ਕਰਦੇ ਹਨ। ਮੁਝੇ ਜਨਾਏ ਦੀਜੀਏ ਸੋਈ, ਪਰ ਮੈਨੂੰ ਵੀ ਸੋਚੀ ਦੇ ਕੇ ਜਾਓ ਕਿ ਇਹ ਅਸੀਂ ਦੇਖੋ ਆਮ ਆਪਾਂ ਸਮਾਜ ਵਿੱਚ ਵਿਚਰਦੇ ਆ, ਕਹਿੰਦੇ ਆ ਕਿ ਸੱਚ ਬੋਲ ਕੇ ਗੁਜ਼ਾਰਾ ਨਹੀਂ ਹੁੰਦਾ। तमाम ਲੋਕ ਇਹੀ ਕਹਿੰਦੇ ਆ ਕਿ ਸੱਚ ਬੋਲ ਕੇ ਗੁਜ਼ਾਰਾ ਨਹੀਂ ਹੁੰਦਾ, ਗੁਜ਼ਾਰਾ ਹੁੰਦਾ ਹੀ ਝੂਠ ਬੋਲ ਕੇ ਆ। ਦੁਕਾਨਦਾਰੀ ਚੱਲਦੀਆਂ ਹੀ ਝੂਠ ਬੋਲ ਕੇ ਆ। ਕਿਉਂ? ਕਿਉਂਕਿ ਚਾਰੇ ਪਾਸੇ ਤੇ ਝੂਠ ਦਾ ਬੋਲਬਾਲਾ ਹੈ।
ਚਾਰੇ ਪਾਸੇ ਕੂੜ ਦਾ ਬੋਲਬਾਲਾ ਹੈ ਤੇ ਸੱਚ ਉੱਥੇ ਚੱਲਦਾ ਕੋਈ ਨਹੀਂ। ਇਹਨੇ ਵੀ ਇਹੀ ਆਖਿਆ ਵੀ ਮਹਾਰਾਜ ਜੇ ਮੈਂ ਝੂਠ ਚਲਾ ਰਿਹਾ ਤਾਂ ਦੇਖੋ ਲੋਕ ਕਿੰਨਾ ਆ ਕੇ ਮੈਨੂੰ ਪੂਜਦੇ ਆ, ਪਰ ਜਦੋਂ ਸੱਚ ਇਹਨਾਂ ਨੂੰ ਦੱਸਾਂਗਾ ਕਿ ਕੋਈ ਮੇਰੇ ਨੇੜੇ ਨਹੀਂ ਆਵੇਗਾ। ਕਿਰਪਾ ਧਾਰ ਬੋਲੇ ਗੁਣ ਖਾਨੀ ਹੁਣ ਤੁਸੀਂ ਹੀ ਦੱਸੋ ਮੈਂ ਕੀ ਕਰਾਂ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਦੇ ਮਾਲਕ ਜੀ ਬੋਲੇ ਹਨ, ਤਾਂ ਜੋ ਝੂਠ ਬੋਲਣ ਕੀ ਬਾਨੀ ਸਭ ਕਹਿੰਦੇ ਸਭ ਤੋਂ ਪਹਿਲਾਂ ਆ ਜਿਹੜੀ ਤੂੰ ਬੋਲ ਝੂਠ ਦੇ ਬੋਲਦਾ ਹੈ, ਇਹਨੂੰ ਛੱਡਣਾ ਕਰ। ਸ਼ੁੱਧ ਆਤਮੇ ਜਪ ਹਰਿ ਨਾਮ ਔਰ ਆਪਣੀ ਆਤਮਾ ਨੂੰ ਸ਼ੁੱਧ ਕਰ ਤੇ ਪਰਮਾਤਮਾ ਤੇ ਭਰੋਸਾ ਰੱਖ, ਜਿਹਨੇ ਤੈਨੂੰ ਪੈਦਾ ਕੀਤਾ ਉਹ ਤੇਰੀ ਪਾਲਣਾ ਵੀ ਕਰੇਗਾ। ਜਿਹਨੇ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਉਹ ਆਸਰਾ ਵੀ ਦੇਗਾ। ਤੂੰ ਇਹ ਝੂਠ ਨੂੰ ਛੱਡ ਤੇ ਉਹਦਾ ਨਾਮ ਜਪਿਆ ਕਰ। ਤਾਂ ਜੋ ਪਖੰਡ ਕੇਰ ਸਭ ਕੰਮ ਔਰ ਇਹ ਪਖੰਡ ਜਿਹੜੇ ਆ ਛੱਡ ਕੇ ਤੂੰ ਸੱਚੇ ਨਾਮ ਦਾ ਆਸਰਾ ਲੈ ਕੇ ਉਸ ਮਾਲਕ ਤੇ ਭਰੋਸਾ ਰੱਖ। ਸਦ ਹੀ ਕਰੀਏ ਸਤ ਬਖਾਨਾ ਜੋ ਮਰਜ਼ੀ ਹੋ ਜਾਏ ਆਪਣੇ ਮੁਖ ਤੋਂ ਸੱਚ ਬੋਲਣਾ ਹੈ। ਕਰਬਾ ਬੈਸ਼ਰੀ ਪ੍ਰਭੂ ਕੁਝ ਕਰਨਾ ਤੇਰਾ ਗੁਜ਼ਾਰਾ ਤੂੰ ਨਹੀਂ, ਉਹ ਮਾਲਕ ਆਪ ਤੇਰਾ ਗੁਜ਼ਾਰਾ ਕਰੇਗਾ। ਭਾਵ ਤੇਰਾ ਤੇ ਤੇਰੇ ਪਰਿਵਾਰ ਦਾ ਪਾਲਣ ਉਹ ਆਪ ਕਰੇਗਾ, ਕਿਉਂਕਿ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ। ਪਰ ਜੇ ਉਹਦੇ ਤੋਂ ਭਰੋਸਾ ਉੱਠ ਗਿਆ ਫਿਰ ਮਨ ਡਾਵਾਂਡੋਲ ਹੁੰਦਾ ਹੈ, ਕੌਣ ਪਾਲੇਗਾ, ਕਿਵੇਂ ਪਾਲਣਾ ਹੋਏਗੀ, ਕੀ ਕਰਾਂ, ਫਿਰ ਬੰਦਾ ਹੀਰਾ ਫੇਰੀਆਂ ਵਾਲੇ ਪਾਸੇ ਤੁਰਦਾ ਹੈ। ਪਰ ਜਿਹਨੂੰ ਮਾਲਕ ਤੇ ਭਰੋਸਾ ਹੈ ਉਹ ਕਦੇ ਵੀ ਨਹੀਂ ਡੋਲਦਾ, ਬਸ ਉਸ ਮਾਲਕ ਤੇ ਭਰੋਸਾ ਰੱਖ ਕੇ ਚੱਲਦਾ ਹੈ ਤੇ ਫਿਰ ਵਾਹਿਗੁਰੂ ਜੀ ਉਹਨੂੰ ਕਮੀ ਵੀ ਕੋਈ ਨਹੀਂ ਰਹਿਣ ਦਿੰਦੇ। ਸਤਿਗੁਰੂ ਜੀ ਨਾਲ ਵਾਰਤਾਲਾਪ ਹੋ ਰਹੀ ਹੈ, ਇੱਕ ਸ਼ਬਦ ਵੀ ਮਹਾਰਾਜ ਨੇ ਉਚਾਰਨਾ ਹੈ, ਉਹ ਅਗਲੇਰੇ ਸਮੇਂ ਵਿੱਚ ਆਪਾਂ ਇਸ ਵਿਚਾਰ ਨੂੰ ਔਰ ਸ਼ਬਦ ਨੂੰ ਸਮਝਣ ਦਾ ਯਤਨ ਕਰਾਂਗੇ। ਅੱਜ ਦਾ ਸਮਾਂ ਸਮਾਪਤ ਹੈ। ਅਰਦਾਸ ਕਰੋ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਮਾਲਕ ਜੀ ਤੁਹਾਡੇ ਦਰ ਤੇ ਆਏ ਹਾਂ, ਬਸ ਆਪਣੇ ਘਰ ਦੇ ਗੋਲੇ ਬਣਾ ਕੇ ਸਾਡੇ ਅੰਦਰ ਇੱਕ ਐਸਾ ਵਿਸ਼ਵਾਸ ਬਣ ਜਾਏ ਕਿ ਸਾਡਾ ਮਨ ਕਦੇ ਡੋਲੇ ਨਾ, ਘਬਰਾਏ ਨਾ। ਅਸੀਂ ਇਹ ਕਹੀਏ ਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਪੇ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਅਸੀਂ ਮਾਲਕ ਦੇ ਭਾਣੇ ਵਿੱਚ ਉਹਦੇ ਹੁਕਮ ਉਹਦੀ ਰਜ਼ਾ ਦੇ ਵਿੱਚ ਤੁਰ ਕੇ ਆਪਣਾ ਜੀਵਨ ਅਸੀਂ ਲੇਖੇ ਵਿੱਚ ਲਾ ਸਕੀਏ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੋਏਲੇ, ਰਾਖੋ ਰਾਖਣ ਹਾਰ ਦਿਆਲਾ ਨਾਨਕ, ਘਰ ਕੇ ਗੋਲੇ। ਗੁਰੂ ਸਾਹਿਬ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਅੰਮ੍ਰਿਤ ਵੇਲੇ ਨੂੰ ਸੰਭਾਲੋ, ਨਿਤਨੇਮ ਦੀ ਬਾਣੀਆਂ ਦੀ ਸੰਭਾਲ ਕਰੋ, ਬਾਣੀ ਦੇ ਧਾਰਨੀ ਬਣੋ ਤੇ ਗੁਰੂ ਸਾਹਿਬ ਸਾਨੂੰ ਤੁਹਾਨੂੰ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਗੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮੇਰ ਦਾ ਹੱਥ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।